सतनाम वाहिगुरु साहिब जी। गुर चरण लाग हम बिनवता, पूछत कह जियो पाया। कवन काज जग उपजै बिनसै, कहो मोहि समझाया। देव करो दया मोहि मार्ग लाओ। जित पह बंधन टूटै, जन्म मरण दुख फेड़ करम सुख। जी जन्म ते छूटै। कबीर सतगुर सूर में, बाह्या बान जो एक। लागत ही बोए गिर परया, परा करे देशेक। कबीर चोट सुहेली सैल के, लागत ले उसास। चोट सहारै शब्द की, तास गुरु मैं दास। बेसुमार अथाह गनत तोलै, जो बुलावो त्यो नानक दास बोले। सतनाम वाहिगुरु साहिब जी। राज जोग तखत दीन, गुर रामदास। राज जोग तखत दीन, गुर रामदास। प्रथमे नानक चंद, जगत भयो आनंद। तारन मनुख जन कियो परगास। गुर अंगद दियो निधान, अकथ कथा ज्ञान। पंच भूत बस कीने, जमत ना तरास। गुरु अमर गुरु श्री सत, कल जुग राखी पत। अगन देखत गत, चरण कवल जास। सब बिद मान्यो मन, तब ही पयो प्रसन्न। राज जोग तखत दीन, गुर रामदास। सब बिद मान्यो मन, तब ही पयो प्रसन्न। राज जोग तखत दीन, गुर रामदास। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज
ਰਾਜਾਨ ਰਾਜ, ਪਾਨਹਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੇ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਨਿਰਮਲ ਸੁਗੜ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਦੇ ਸਦਕਾ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਨਿਰੰਤਰ ਲੜੀਵਾਰ ਕਥਾ ਸ਼ਰਵਣ ਕਰਕੇ ਰੋਜ਼ਾਨਾ ਅਧਿਆਤਮਕ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਜੋ ਗੁਰੂ ਕੇ ਅਗੰਮ ਅਗੋਚਰ ਸਰੂਪ ਨੂੰ ਕਥਦਿਆਂ ਹੋਇਆਂ ਭੱਟ ਸਾਹਿਬਾਨਾਂ ਨੇ ਬੜੇ ਬਾਕਮਾਲ ਢੰਗ ਦੇ ਨਾਲ ਬੜੇ ਗੂੜ ਅਨੁਭਵ ਨੂੰ ਸੂਤਰਿਕ ਰੂਪ ਦੇ ਵਿੱਚ ਅੰਕਿਤ ਕਰਦਿਆਂ ਹੋਇਆਂ ਉਚਾਰਨ ਕੀਤੀ ਹੈ। ਇਸ ਪਾਵਨ ਬਾਣੀ ਦੇ ਨਾਲ ਜੁੜ ਕੇ ਆਪ ਜੀ ਗੁਰੂ ਕਿਰਪਾ ਦੇ ਪਾਤਰ ਬਣਦੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਜ ਜੋਗ ਤਖਤ ਦੀਨ, ਗੁਰ ਰਾਮਦਾਸ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਿਨਾਂ ਦੇ ਪਾਵਨ ਪੁੱਤਰ ਅਕਥ ਅਗੋਚਰ ਸਰੂਪ ਦੀ ਮਹਿਮਾ ਦਾ ਜ਼ਿਕਰ ਕਰਦਿਆਂ, ਕਿਉਂਕਿ ਜਿਵੇਂ ਕਿਸੇ ਧਰਮਾਤਮਾ ਰਾਜੇ ਦਾ ਰਾਜ ਆਉਂਦਾ ਹੈ ਤਾਂ ਜਨਤਾ ਸੁਖੀ ਹੋ ਜਾਂਦੀ ਹੈ। ਜਿਹੜਾ ਸਮਾਜਿਕ ਜੀਵਨ ਹੈ ਲੋਕਾਂ ਦਾ ਉਹ ਆਰਾਮਦਾਇਕ, ਸਹੂਲਤਾਂ ਭਰਪੂਰ ਇਸ ਤਰ੍ਹਾਂ ਦਾ ਉਸ ਜੀਵਨ ਹੋ ਜਾਂਦਾ ਕਿਸੇ ਜਦੋਂ ਧਰਮੀ ਸੁਭਾਅ ਵਾਲੇ ਕਿਸੇ ਰਾਜੇ ਦਾ ਸ਼ਾਸਨ ਹੋਵੇ। ਪਰ ਹੁਣ ਜਿਹੜੇ ਭੱਟ ਸਾਹਿਬਾਨ ਹਨ ਉਹਨਾਂ ਦੇ ਲਈ ਗੁਰੂ ਸਾਹਿਬ ਜੀ ਹੀ ਰਾਜਾਨ ਰਾਜ ਹਨ। ਉਹਨਾਂ ਦੇ ਲਈ ਗੁਰੂ ਸਾਹਿਬਾਨ ਹੀ ਐਸੇ ਸੰਸਾਰ ਦੇ ਉਧਾਰ ਕਰਤਾ ਹਨ ਜਿਹੜੇ ਵਾਸਤਵ ਦੇ ਵਿੱਚ ਠੀਕ ਰੂਪ ਦੇ ਨਾਲ ਸੰਸਾਰ ਦਾ ਕਲਿਆਣ ਕਰਦੇ ਹਨ। ਇਸ ਕਰਕੇ ਜਿਵੇਂ ਜਿਹੜਾ ਆਮ ਦੁਨਿਆਵੀ ਕਿਸਮ ਦੇ ਰਾਜੇ ਨੇ ਉਹਨਾਂ ਨੇ ਅਪਰਾਧ ਨੂੰ ਰੋਕਣ ਦੇ ਲਈ ਕਾਨੂੰਨ ਬਣਾਏ ਨੇ, ਜੇਲ੍ਹ ਬਣਾਈ ਹੈ। ਪਰ ਜਿਹੜਾ ਸਤਿਗੁਰੂ ਜਿਸ ਨੂੰ ਭੱਟ ਸਾਹਿਬਾਨਾਂ ਨੇ ਰਾਜਾਨ ਰਾਜ ਕਿਹਾ ਹੈ, ਜਾਂ ਜਿਨ੍ਹਾਂ ਨੂੰ ਰਾਜ ਜੋਗ ਦੇ ਮਾਲਕ ਭੱਟ ਸਾਹਿਬਾਨਾਂ ਨੇ ਉਸਤਤ ਰੂਪ ਦੇ ਵਿੱਚ ਕਿਹਾ ਹੈ, ਉਹ ਗੁਰੂ ਸਾਹਿਬ ਜੀ ਕੈਸੇ ਰਾਜੇ ਹਨ ਕਿ ਮਨੁੱਖ ਦੇ ਅੰਦਰ ਪਾਪ ਕਰਕੇ ਜਿਹੜਾ ਕਰਮ ਬਣਦਾ ਅਤੇ ਕਰਮ ਕਰਕੇ ਜਦੋਂ ਉਹ ਅਪਰਾਧ ਬਣਦਾ ਹੈ, ਸਤਿਗੁਰੂ ਆਪਣੇ ਸ਼ਬਦ ਗਿਆਨ ਦੇ ਪ੍ਰਤਾਪ ਨਾਲ ਉਸ ਪਾਪ ਦੀ ਸੰਭਾਵਨਾ ਹੀ ਖਤਮ ਕਰ ਦਿੰਦੇ ਹਨ। ਜਦੋਂ ਪਾਪ ਨਹੀਂ ਰਹੇਗਾ ਤੇ ਅਪਰਾਧ ਦੀ ਕੀ ਆਧਾਰ ਰਹਿ ਜਾਏਗਾ। ਇਸ ਕਰਕੇ ਦੂਸਰਾ, ਜਦੋਂ ਜਗਤ ਵਿੱਚ ਮਨਮੁਖਤਾ ਹੁੰਦੀ ਹੈ ਉਦੋਂ ਅਧਰਮ ਦਾ ਬੋਲਬਾਲਾ ਸਿਖਰ 'ਤੇ ਹੁੰਦਾ ਹੈ। ਇਸ ਕਰਕੇ ਰਾਜਯੋਗ ਦੇ ਮਾਲਕ ਗੁਰੂ ਸਾਹਿਬ ਜੀ ਭਗਤੀ ਦਾ, ਗਿਆਨ ਦਾ, ਸੇਵਾ ਸਿਮਰਨ ਦਾ ਅਤੇ ਮਨੁੱਖ ਦੇ ਜੀਵਨ ਦੇ ਸਾਰੇ ਪੱਖਾਂ ਨੂੰ ਗਿਆਨ ਦੇ ਨਾਲ, ਆਪਣੀ ਕਿਰਪਾ ਦੇ ਨਾਲ, ਆਪਣੀ ਦਇਆ ਦੇ ਨਾਲ ਇਸ ਤਰ੍ਹਾਂ ਰਚਨਾਉਂਦੇ ਹਨ ਕਿ ਉਹ ਜਿਹੜਾ ਜੀਵਨ ਸਾਰਾ ਸਮਾਜ ਹੈ ਉਹ ਤਾਂ ਸਤਿਯੁਗ ਦੀ ਪ੍ਰਤੀਤ ਵਰਗਾ ਬਣ ਜਾਂਦਾ। ਆਪ ਜੀ ਨੇ ਜ਼ਿਕਰ ਸ਼ਰਵਣ ਕੀਤਾ, ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਹੈ ਕਿ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ, ਕਿ ਜਨਕ ਰਾਜ ਦਾ ਜਿਹੜਾ ਸਾਰਾ ਪ੍ਰਤਾਪ ਤੁਹਾਡੇ ਅਧੀਨ ਇਸ ਜਗਤ ਵਿੱਚ ਫੈਲ ਰਿਹਾ ਹੈ। ਇਸੇ ਤਰ੍ਹਾਂ ਭੱਟ ਸਾਹਿਬ ਜ਼ਿਕਰ ਕਰਦੇ ਹਨ, ਰਾਜ ਜੋਗ ਤਖਤ ਦੀਨ, ਗੁਰ ਰਾਮਦਾਸ। ਕਿ ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਸਰੂਪ ਦੀ ਅਥਾਹ ਕਿਰਪਾ ਦੀ ਬਖਸ਼ਿਸ਼ ਹੋਈ ਅਤੇ ਜਿਸ ਰਾਜ ਜੋਗ ਦੇ ਸਿੰਘਾਸਣ 'ਤੇ ਬੈਠ ਕੇ ਗੁਰੂ ਨਾਨਕ ਦੇ ਦਰ ਘਰ ਵਿੱਚੋਂ ਸਾਰੀ ਮਨੁੱਖਤਾ ਦੇ ਲਈ ਇੱਕ ਸਮਾਨ
ਇੱਕ ਓਅੰਕਾਰ ਰੂਪ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ। ਗੁਰੂ ਨਾਨਕ ਦੀ ਕਰੁਣਾ ਜਿਨ੍ਹੇ ਮੁਸਲਮਾਨ ਨੂੰ, ਜਿਨ੍ਹੇ ਹਿੰਦੂ ਨੂੰ, ਜਿਨ੍ਹੇ ਰਾਖਸ਼ ਕਹੇ ਜਾਣ ਵਾਲੇ ਸਾਰਿਆਂ ਨੂੰ ਆਪਣੀ ਕਰੁਣਾ ਦੇ ਕਲਾਵੇ ਵਿੱਚ ਲਿਆ। ਗੁਰੂ ਨਾਨਕ ਦੇ ਗਿਆਨ ਦਾ ਤੇਜ ਜਿਨ੍ਹੇ ਵਰਣਾਂ ਦੀ, ਮਜ਼ਹਬਾਂ ਦੀ, ਭਾਸ਼ਾ ਦੀ ਕਾਣ ਨੂੰ ਮੇਟ ਕੇ ਸਾਰਿਆਂ ਨੂੰ ਆਪਣੇ ਗਿਆਨ ਅੰਮ੍ਰਿਤ ਦੇ ਨਾਲ ਨਿਹਾਲ ਕੀਤਾ। ਕਹਿੰਦੇ ਐਸਾ ਰਾਜ ਜੋਗ ਦਾ ਤਖਤ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੀ ਅਥਾਹ ਕਿਰਪਾ ਦੇ ਨਾਲ ਮਿਲਿਆ ਹੈ। ਹੁਣ ਮਨੁੱਖ ਜ਼ਿਕਰ ਕਰਨਾ ਚਾਹੇਗਾ, ਜਾਣਨਾ ਚਾਹੇਗਾ ਕਿ ਜਿਹੜਾ ਰਾਜ ਜੋਗ ਦਾ ਤਖਤ ਹੈ ਇਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਿਆ, ਪਰ ਪਹਿਲਾਂ ਇਹਦਾ ਮਾਲਕ ਕੌਣ ਸੀ? ਤਾਂ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਕਿ ਇਸ ਰਾਜ ਜੋਗ ਦੇ ਮਾਲਕ ਗੁਰੂ ਨਾਨਕ ਦੇਵ ਸਾਹਿਬ ਜੀ ਸਨ। ਪ੍ਰਥਮ ਰੂਪ ਦੇ ਵਿੱਚ ਉਹ ਜਦ ਗੁਰੂ ਸਰੂਪ ਹੋ ਕੇ ਪ੍ਰਗਟੇ, ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਨਾਨਕ ਚੰਦ। ਨਾਨਕ ਚੰਦ ਦਾ ਭਾਵ ਇਹ ਹੈ ਕਿ ਜਿਵੇਂ ਸੂਰਜ ਦੇ ਕੋਲੋਂ ਵੀ ਤਪਸ਼ ਹੈ, ਸੂਰਜ ਕੋਲ ਵੀ ਰੌਸ਼ਨੀ ਹੈ, ਪਰ ਸੂਰਜ ਦੀ ਰੌਸ਼ਨੀ ਗਰਮੀ ਪੈਦਾ ਕਰਦੀ ਹੈ, ਤਪਸ਼ ਪੈਦਾ ਕਰਦੀ ਹੈ। ਚੰਦਰਮਾ ਦੀ ਰੌਸ਼ਨੀ ਜਿਹੜੀ ਹੈ ਉਹ ਸੀਤਲ ਤੇ ਠੰਡੀ ਹੁੰਦੀ ਹੈ। ਇਸ ਕਰਕੇ ਜ਼ਿਕਰ ਕੀਤਾ ਪ੍ਰਥਮੇ ਨਾਨਕ ਚੰਦ ਕੇ ਗੁਰੂ ਨਾਨਕ ਦੇਵ ਅਕਾਲ ਪੁਰਖ ਸਰੂਪ ਜਦ ਸੰਸਾਰ ਵਿੱਚ ਪ੍ਰਗਟੇ ਤੇ ਉਹਨਾਂ ਦੀਆਂ ਗਿਆਨ ਰੂਪ ਕਿਰਨਾਂ ਦਾ ਪ੍ਰਕਾਸ਼, ਉਹਨਾਂ ਦੀ ਦਇਆ ਦਾ ਪ੍ਰਕਾਸ਼ ਚੰਦਰਮਾ ਦੇ ਵਾਂਗ ਸੀਤਲ ਹੈ। ਉਹਨਾਂ ਦੇ ਪ੍ਰਕਾਸ਼ ਹੋਣ ਦੇ ਨਾਲ ਜਗਤ ਭਇਓ ਆਨੰਦ, ਕਿ ਜਿਹੜਾ ਸਾਰਾ ਜਗਤ ਧਰਮ ਦੇ ਕਰਮ ਕਾਂਡ ਕਰਕੇ, ਜ਼ੁਲਮ ਅਤਿਆਚਾਰ ਕਰਕੇ ਸਿਖਰ ਢੰਗ ਨਾਲ ਖੁਆਰ ਹੋ ਰਿਹਾ ਸੀ, ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦੇ ਨਾਲ ਹੀ ਸਾਰੇ ਜਗਤ ਵਿੱਚ ਆਨੰਦ ਪਸਰ ਗਿਆ। ਤਾਰਨ ਮਨੁੱਖ ਜਨ, ਕਿਸ ਕਲਯੁਗ ਦੇ ਅੰਧਕਾਰ ਭਰੇ ਯੁੱਗ ਵਿੱਚ ਵਿਕਾਰਾਂ ਵਾਲੀ ਮਤ ਕਰਕੇ, ਮਾਇਆਵੀ ਸੁਭਾਅ ਕਰਕੇ, ਪਦਾਰਥਕ ਰੁਚੀਆਂ ਕਰਕੇ ਤੇ ਧਰਮ ਦੇ ਪੱਖ ਤੋਂ ਅਗਿਆਨ ਹੋਣ ਕਰਕੇ ਜਿਹੜਾ ਸਾਰਾ ਜਗਤ ਖੁਆਰ ਹੋ ਰਿਹਾ ਸੀ, ਇਸ ਤਰ੍ਹਾਂ ਦੇ ਸਾਰੇ ਮਨੁੱਖਾਂ ਦਾ ਕਲਿਆਣ ਕਰਨ ਦੇ ਲਈ ਗੁਰੂ ਨਾਨਕ ਦੇਵ ਅਕਾਲ ਪੁਰਖ ਸਰੂਪ ਨੇ ਆਪਣਾ ਨਿਜ ਪ੍ਰਕਾਸ਼ ਕੀਤਾ ਸੀ। ਗੁਰ ਅੰਗਦ ਦਿਓ ਨਿਧਾਨ, ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਨੇ, ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਰਾਜਯੋਗ ਦੇ ਸਿੰਘਾਸਣ ਦੇ ਜੋ ਖੁਦ ਮਾਲਕ ਸਨ, ਉਸ ਸਿੰਘਾਸਣ 'ਤੇ ਬੈਠ ਕੇ ਆਪਣਾ ਪ੍ਰਕਾਸ਼ ਕੀਤਾ। ਉਹਨਾਂ ਦੇ ਪ੍ਰਕਾਸ਼ ਨਾਲ ਸਾਰੇ ਜਗਤ ਨੂੰ ਆਨੰਦ ਪ੍ਰਾਪਤ ਹੋਇਆ। ਸੰਸਾਰ ਦੇ ਹਰੇਕ ਪ੍ਰਾਣੀ ਮਾਤਰ ਦੀ ਕਲਿਆਣ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਰਾਜਯੋਗ ਸਿੰਘਾਸਣ ਦਾ ਜਿਹੜਾ ਮਾਣ ਹੈ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲੋਂ ਅਕਥ ਕਥਾ ਦਾ ਐਸਾ ਗਿਆਨ ਆਇਆ ਜਿਹਦੇ ਨਾਲ ਉਹਨਾਂ ਨੇ ਪੰਚ ਭੂਤ ਵਸ ਕੀਨੇ, ਕਿ ਆਪਣਾ ਜੀਵਨ ਸਾਧ ਕਰਕੇ ਐਸਾ ਗਿਆਨ ਰੂਪ ਅੰਮ੍ਰਿਤ ਪ੍ਰਗਟ ਕੀਤਾ ਕਿ ਸੰਸਾਰ, ਕਿਉਂਕਿ ਕਲਯੁੱਗ ਦਾ ਜਿਹੜਾ ਅਸਲ ਭਾਵ ਹੈ ਨਾ, ਜਿਹੜਾ ਸਰਲ ਅਰਥ ਕੀਤਾ ਜਾਂਦਾ ਹੈ, ਕਲ ਦਾ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਜਿਹੜੇ ਵਿਕਾਰ ਹਨ ਇਹ ਅਗਿਆਨ ਕਰਕੇ ਭਾਰੂ ਹਨ। ਕਲਯੁੱਗ ਦਾ ਭਾਵ ਇਹ ਹੀ ਹੈ। ਤਾਂ ਕਰਕੇ ਅਸੀਂ ਇਸ ਯੁੱਗ ਨੂੰ ਕਲਯੁੱਗ ਕਹਿੰਦੇ ਹਾਂ ਕਿ ਵਿਕਾਰਾਂ ਦਾ ਜਿਹੜਾ ਸੁਭਾਅ ਹੈ ਇਸ ਯੁੱਗ ਦੇ ਵਿੱਚ ਜ਼ਿਆਦਾ ਭਾਰੂ ਹੈ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗਿਆਨ ਅੰਮ੍ਰਿਤ ਦਾ ਐਸਾ ਪ੍ਰਕਾਸ਼ ਕੀਤਾ ਕਿ ਪੰਚ ਭੂਤ, ਜਿਹੜੇ ਪੰਜੇ ਦੂਤ ਕਲਯੁੱਗ ਦੀ ਅਗਨੀ ਨੂੰ ਪ੍ਰਚੰਡ ਕਰ ਰਹੇ ਹਨ, ਉਹਨਾਂ ਨੂੰ ਵਸ ਕਰ ਦਿੱਤਾ। ਜੰਮਤ ਨਾ ਤਰਾਸ, ਅਤੇ ਮ੍ਰਿਤੂ ਦੇ ਭੈ ਸਾਰਿਆਂ ਦੇ ਮਨਾਂ ਅੰਦਰੋਂ ਦੂਰ ਕਰ ਦਿੱਤੇ ਹਨ। ਗੁਰ ਅਮਰ ਗੁਰੂ ਸ੍ਰੀ ਸਤ, ਕਲਯੁਗ ਰਾਖੀ ਪਤ। ਤਾਂ ਫਿਰ ਆਖਦੇ ਹਨ ਕਿ ਕਲਯੁਗ ਦੇ ਉਧਾਰ ਕਰਤਾ ਗੁਰੂ ਅਮਰਦਾਸ ਸਾਹਿਬ ਜੀ ਸਤ ਸਰੂਪ ਹੋ ਕੇ ਪ੍ਰਗਟੇ, ਅਤੇ ਉਹਨਾਂ ਨੇ ਇਸ ਕਲਯੁਗ ਦੇ ਵਿੱਚ ਮਾਨਵਤਾ ਦੀ ਲਾਜ ਰੱਖੀ। ਕਿਉਂਕਿ ਕਲਯੁਗ ਦਾ ਭਾਵ ਹੈ ਕਿ ਜਤੀਆਂ ਦਾ ਜਤ ਨਹੀਂ ਰਹਿਣ ਦੇਣਾ, ਤਪੀਆਂ ਦੀ ਤਪੱਸਿਆ ਨਹੀਂ ਸੰਪੂਰਨ ਹੋਣ ਦੇਣੀ, ਬ੍ਰਹਮ ਗਿਆਨੀ ਦਾ ਧਿਆਨ ਨਹੀਂ ਥਿਰ ਰਹਿਣ ਦੇਣਾ। ਜਿਹੜੇ ਗ੍ਰਸਤੀ ਹਨ ਉਹਨਾਂ ਨੂੰ ਕੇਵਲ ਵਿਸ਼ਿਆਂ ਦੇ ਮਾਇਆ ਦੇ ਕੀੜੇ ਬਣਾ ਕੇ ਰੱਖ ਦੇਣਾ। ਇਹ ਕਲਯੁੱਗ ਦਾ ਸਿਖਰਲਾ ਪ੍ਰਭਾਵ
ਜਿਹਦਾ ਜ਼ਿਕਰ ਸ੍ਰੀ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਵੀ ਕੀਤਾ ਹੈ, ਕਈ ਪੁਰਾਣਾਂ ਵਿੱਚ ਵੀ ਆਉਂਦਾ ਹੈ ਕਿ ਇਹਦੀ ਸਿਖਰਲੀ ਹਾਲਤ ਕੀ ਹੋਏਗੀ ਕਿ ਜਤੀ ਦਾ ਜਤ ਨਹੀਂ ਰਹੇਗਾ, ਜਿਹੜਾ ਬ੍ਰਹਮ ਗਿਆਨੀ ਉਹਦਾ ਧਿਆਨ ਨਹੀਂ ਸਥਿਰ ਰਹੇਗਾ, ਅਤੇ ਜਿਹੜੇ ਗ੍ਰਸਤੀ ਹਨ ਹੁਣ ਤਾਂ ਮਾੜੀ ਮੋਟੀ ਪਵਿੱਤਰਤਾ ਲੱਭ ਜਾਂਦੀ ਹੈ, ਫਿਰ ਇਹ ਜੀਵਨ ਬਿਲਕੁਲ ਵਿਸ਼ਿਆਂ ਵਿਕਾਰਾਂ ਦੇ ਅੱਡੇ ਬਣ ਜਾਣਗੇ, ਇਹ ਸਿਖਰਤਾ ਹੋਏਗੀ। ਪਰ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਕਲਯੁਗ ਦੇ ਵਿੱਚ ਪ੍ਰਗਟ ਹੋ ਕੇ ਉਸੇ ਰਾਜ ਸਿੰਘਾਸਣ 'ਤੇ ਬੈਠ ਕੇ ਕਲਯੁਗ ਰਾਖੀ ਪਤ, ਕਿ ਜਿਹੜਾ ਕਲਯੁਗ ਸਾਰਿਆਂ ਦੇ ਜੀਵਾਂ ਦੇ ਪ੍ਰਭਾਵ ਨੂੰ ਦਲ ਮਲ ਰਿਹਾ ਹੈ, ਰਾਖੀ ਪਤ ਦਾ ਭਾਵ ਕੀ ਹੈ ਕਿ ਤੀਰਥਾਂ 'ਤੇ ਭਟਕ ਕੇ ਖੁਆਰ ਹੋ ਰਹੇ ਸਨ। ਗੁਰੂ ਜਿਹੜੇ ਗੁਰੂ ਦੇ ਨਾਂ 'ਤੇ ਪ੍ਰਚਲਿਤ ਲੋਕ ਸਨ, ਉਹ ਵੀ ਜਿਹੜੇ ਸਨ ਇੱਕ ਮਨਮੁਖਤਾ ਦੇ ਮਾਰਗ ਵੱਲ ਹੀ ਭਟਕੇ ਹੋਏ ਸਨ। ਤਾਂ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਨੇ ਸਿੰਘਾਸਣ 'ਤੇ ਬੈਠ ਕੇ 22 ਮੰਜੀਆਂ ਦੇ ਸਹਿਤ, 52 ਪੀੜ੍ਹੇ, 84 ਚੌਂਕੀਆਂ ਦੇ ਸਹਿਤ ਗੁਰੂ ਸਾਹਿਬ ਜੀ ਨੇ ਧਰਮ ਦੀ ਐਸੀ ਸਥਾਪਨਾ ਕੀਤੀ ਕਿ ਕਲਯੁਗ ਦੇ ਵਿੱਚ ਜੀਵਾਂ ਦੀ ਲਾਜ ਬਾਚਾਈ, ਭਾਵ ਕਿ ਸਾਰਿਆਂ ਦੇ ਮਨ ਪਵਿੱਤਰ ਰਹਿ ਗਏ, ਸਾਰਿਆਂ ਦੇ ਆਚਰਣ ਦੇ ਵਿੱਚ ਭਗਤੀ ਦੇ ਸੰਸਕਾਰ ਰਹਿ ਗਏ। ਐਸੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਹੋਈ। ਅਗਨ ਦੇਖਤ ਗਤ, ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਬਾਰਕ ਦਰਸ਼ਨ ਦੇ ਨਾਲ ਪਾਪ ਹਰਨ ਹੋ ਜਾਂਦੇ ਹਨ। ਚਰਨ ਕਵਲ ਜਾਸ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕੇ ਚਰਨ ਕਮਲ ਵਾਸ ਕਰਦੇ ਹਨ। ਸਭ ਬਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ, ਗੁਰ ਰਾਮਦਾਸ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰੀਖਿਆ ਕੀਤੀ, ਅਤੇ ਉਹਨਾਂ ਨੇ ਆਪਣੇ ਭਤੀਜੇ ਸਾਵਣ ਮੱਲ, ਆਪਣੇ ਦਾਮਾਦ ਭਾਈ ਰਾਮਾ ਜੀ, ਅਤੇ ਇਸੇ ਤਰ੍ਹਾਂ ਭਾਵ ਆਪਣੇ ਵੱਡੇ ਸਪੁੱਤਰ ਮੋਹਨ ਦੀ, ਇਹਨਾਂ ਤਿੰਨਾਂ ਦੀ ਕਠਿਨ ਪ੍ਰੀਖਿਆ ਲਈ ਗੁਰੂ ਅਮਰਦਾਸ ਸਾਹਿਬ ਜੀ ਨੇ, ਕਹਿੰਦੇ ਬਾਬਾ ਮੋਹਨ ਜੀ ਵਿਰਕਤ ਸੁਭਾਅ ਦੇ ਮਾਲਕ ਹੋਣ ਕਰਕੇ ਉਸ ਅਵਸਥਾ ਨੂੰ ਨਾ ਕਮਾ ਸਕੇ। ਭਾਈ ਸਾਵਣ ਮੱਲ ਜੀ ਮਾਇਆ ਦੀ ਤਰਫ ਭ੍ਰਮਿਤ ਹੋ ਗਏ, ਅਤੇ ਭਾਈ ਰਾਮਾ ਜੀ ਜੋ ਗੁਰੂ ਸਾਹਿਬ ਦੇ ਦਾਮਾਦ ਸਨ, ਉਹ ਗੁਰੂ ਦੇ ਸੁਰਤ ਦੀ ਉਚਾਈ ਨੂੰ ਨਾ ਬੁੱਝ ਸਕੇ। ਕਹਿੰਦੇ ਇਸ ਤਰ੍ਹਾਂ ਫਿਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਸ਼ਬਦ, ਜੋਗ, ਸਮਰਪਣ, ਗਿਆਨ ਅਤੇ ਗੁਰੂ ਦੇ ਪ੍ਰਤੀ ਅਥਾਹ ਪ੍ਰੀਤ ਦੀ ਸਾਧਨਾ ਨੂੰ ਸੰਪੂਰਨ ਕਰ ਲਿਆ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਤੁਹਾਡੇ 'ਤੇ ਪ੍ਰਸੰਨ ਹੋਇਆ, ਅਤੇ ਉਹਨਾਂ ਨੇ ਪ੍ਰਸੰਨ ਹੋ ਕੇ ਰਾਜ ਜੋਗ ਤਖਤ ਦੀਨ, ਗੁਰ ਰਾਮਦਾਸ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਇਹ ਰਾਜ ਜੋਗ ਦਾ ਸਿੰਘਾਸਣ ਬਖਸ਼ਿਸ਼ ਕੀਤਾ। ਰਾਜ ਜੋਗ ਦੇ ਸਿੰਘਾਸਣ ਦਾ ਭਾਵ ਕਿ ਗ੍ਰਸਤ ਵਿੱਚ ਰਹਿ ਕੇ ਗ੍ਰਸਤ ਤੋਂ ਨਿਰਲੇਪ ਰਹਿਣ ਦਾ ਮਾਰਗ ਦਿਖਾਇਆ ਹੈ। ਫਿਰ ਜੋਗ ਦਾ ਭਾਵ ਕਿ ਨਿਰਲਿਪਤ ਰਹਿੰਦਿਆਂ ਹੋਈ, ਭਾਵ ਕਿ ਦੋ ਭਾਵ ਹਨ ਇਹਦੇ, ਕਿ ਗ੍ਰਸਤ ਦੇ ਵਿੱਚ, ਪਦਾਰਥ ਦੇ ਵਿੱਚ, ਸੰਸਾਰ ਦੇ ਵਿੱਚ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਉਹਦੇ ਵਿੱਚ ਪਰਮੇਸ਼ਰ ਦੇ ਨਾਲ ਜੁੜਨ ਦਾ ਮਾਰਗ ਦਿਖਾਇਆ ਹੈ। ਇਹ ਸੰਸਾਰੀਆਂ ਨੂੰ ਦੱਸਿਆ ਕਿ ਇਕੱਲਾ ਗ੍ਰਸਤ ਦਾ ਮਤਲਬ ਸੰਸਾਰਿਕ ਜੀਵਨ ਭੋਗਣਾ ਨਹੀਂ। ਦੂਜੇ ਪਾਸੇ ਜਿਹੜੇ ਸਿੱਧ ਜੋਗੀ ਜੋਗੀਸ਼ਵਰ ਲੋਕ ਹਨ, ਉਹਨਾਂ ਨੂੰ ਦੱਸਿਆ ਕਿ ਜਿਹੜੀ ਤੁਹਾਡੀ ਬੰਦਗੀ ਦਾ ਅਨੁਭਵ ਤੁਹਾਨੂੰ ਸਮਾਜ ਤੋਂ, ਪਦਾਰਥ ਤੋਂ ਪਰਾਂ ਰਹਿ ਕੇ ਮਿਲਦਾ ਹੈ, ਉਹ ਖੁਸ਼ਕ ਕਿਸਮ ਦਾ ਹੈ, ਅਤੇ ਜਦੋਂ ਇਹਨੂੰ ਗ੍ਰਸਤ ਵਿੱਚ ਰਹਿ ਕੇ ਪਾਓਗੇ ਤਾਂ ਇਹ ਯੋਗ ਦਾ ਅਨੁਭਵ ਜ਼ਿਆਦਾ ਰਸ ਭਰਿਆ, ਜ਼ਿਆਦਾ ਅੰਮ੍ਰਿਤ ਭਰਿਆ ਹੈ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਆਪ ਜੀ ਦੇ ਉੱਪਰ ਪ੍ਰਸੰਨ ਹੋ ਗਿਆ, ਫਿਰ ਉਹਨਾਂ ਨੇ ਉਹ ਸਾਰੇ ਗੁਣਾਂ ਦੀ ਪ੍ਰੀਖਿਆ ਗੁਰੂ ਰਾਮਦਾਸ ਸਾਹਿਬ ਜੀ ਵਿੱਚ ਕੀਤੀ। ਜ਼ਿਕਰ ਆਇਆ ਪ੍ਰਥਮੇ ਨਾਨਕ ਚੰਦ, ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਚੰਦਰਮਾ ਦੀ ਸੀਤਲਤਾ ਵਰਗਾ ਹੋਵੇ, ਜਿਵੇਂ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਸੀ। ਉਹਨਾਂ ਨੇ ਐਸੀ ਨਿਮਰਤਾ ਦਾ ਪ੍ਰਗਟਾਵਾ ਕੀਤਾ ਕਿ ਬੜੇ ਕਠੋਰ ਸੁਭਾਅ ਜਾਂ ਬੜੇ ਤਰ੍ਹਾਂ ਦੇ ਆਪਣੇ ਇੱਕ ਸਿਧਾਂਤਕ ਸੁਭਾਅ ਕਹੇ ਜਾਣ ਵਾਲੇ ਬਾਬਾ ਸ੍ਰੀ ਚੰਦ ਜੀ ਵੀ ਉਹਨਾਂ 'ਤੇ ਪਤੀਜ ਗਏ ਸਨ, ਅਤੇ ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਨ ਕੀਤਾ ਸੀ। ਕਹਿੰਦੇ ਐਸਾ ਗੁਰੂ ਰਾਮਦਾਸ ਸਾਹਿਬ ਜੀ, ਜਦੋਂ ਤੁਹਾਡੇ ਬਚਨਾਂ ਦੇ ਵਿੱਚ ਚੰਦਰਮਾ ਵਰਗੀ ਸੀਤਲਤਾ ਆ ਗਈ ਕਿ ਪ੍ਰਕਾਸ਼ ਵੀ ਆਇਆ ਅਤੇ ਪ੍ਰਕਾਸ਼ ਦੇ ਨਾਲ ਠੰਡਕ ਵੀ ਆਈ। ਇਸੇ ਤਰ੍ਹਾਂ ਜਦੋਂ ਤੁਹਾਡੇ ਜੀਵਨ ਦੇ ਵਿੱਚ ਪੰਜਾਂ ਨੂੰ ਵਸ ਕਰਨ ਦੀ ਖੇਡ ਆ ਗਈ, ਜਦੋਂ ਪੰਜਾਂ ਨੂੰ ਵਸ ਕਰ ਲਿਆ, ਫਿਰ ਉਸ ਤੋਂ ਬਾਅਦ ਜਦੋਂ ਸੇਵਾ ਦਾ ਵੱਡਾ ਮੁਕਾਮ ਤੁਸੀਂ ਗੁਰੂ ਅਮਰਦਾਸ ਸਾਹਿਬ ਜਿੰਨਾ ਹੀ ਪ੍ਰਾਪਤ ਕਰ ਲਿਆ, ਫਿਰ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ 'ਤੇ ਪ੍ਰਸੰਨ ਹੋਏ,
ਤੇ ਉਹਨਾਂ ਨੇ ਰਾਜ ਯੋਗ ਦਾ ਤਖਤ ਜਿਹੜਾ ਹੈ ਉਹ ਤੁਹਾਨੂੰ ਸਦੀਵ ਤੌਰ 'ਤੇ ਬਖਸ਼ਿਸ਼ ਕੀਤਾ ਹੈ। ਰੱਡ ਜਿਸ ਹੇ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ। ਰੱਡ ਛੰਦ ਦਾ ਨਾਮ ਹੈ ਕਿ ਜਿਹੜੇ ਅਗਲੇ ਸਵਈਏ ਹਨ ਉਹ ਰੱਡ ਛੰਦ ਦੇ ਵਿੱਚ ਭੱਟ ਸਾਹਿਬਾਨ ਉਚਾਰਨ ਕਰ ਰਹੇ ਹਨ, ਜ਼ਿਕਰ ਕਰਦੇ ਹਨ। ਜਿਸ ਹੇ ਧਾਰਿਓ ਧਰਤ ਅਰ ਵਿਓਮ, ਕਿ ਜਿਸ ਅਕਾਲ ਪੁਰਖ ਨੇ ਆਪਣੀ ਸੱਤਾ ਦਾ ਪ੍ਰਕਾਸ਼ ਕਰਕੇ ਧਰਤੀ ਦਾ ਭਾਵ ਸ੍ਰਿਸ਼ਟੀ ਲੋਕ, ਵਿਓਮ ਦਾ ਭਾਵ ਆਕਾਸ਼, ਕਿ ਇਹ ਜਿਹੜੀ ਧਰਤੀ ਹੈ ਇਸ ਨੂੰ ਜਲ ਦੇ ਉੱਪਰ ਪਰਮੇਸ਼ਰ ਨੇ ਟਿਕਾਇਆ ਹੋਇਆ ਹੈ। ਜਿਹੜਾ ਆਕਾਸ਼ ਹੈ ਉਹਨੂੰ ਬਿਨਾਂ ਥੰਮਾਂ ਤੋਂ ਟਿਕਾਇਆ ਹੋਇਆ ਹੈ। ਅਰ ਪਵਨ ਤੇ ਨੀਰ ਸਰ, ਇਸ ਤੋਂ ਇਲਾਵਾ ਹਵਾ ਦਾ ਗਿਲਾਫ ਰਚ ਕੇ ਸਾਰੇ ਜੀਵਾਂ ਦੀ ਹੋਂਦ ਇਸ ਸ੍ਰਿਸ਼ਟੀ ਦੇ ਉੱਪਰ ਮਾਲਕ ਨੇ ਬਣਾਈ ਹੈ। ਭਾਵ ਕਿ ਪ੍ਰਾਣ ਪਹਿਲਾਂ ਇਸ ਸ੍ਰਿਸ਼ਟੀ 'ਤੇ ਵਿਆਪਕ ਹਨ ਤਾਂ ਸਾਡਾ ਜੀਵਨ ਚੱਲਦਾ। ਜੇ ਪ੍ਰਾਣ ਨਾ ਹੋਣ, ਜਿਵੇਂ ਗ੍ਰਹਿ ਤਾਂ ਹੋਰ ਵੀ ਬੜੇ ਨੇ ਪਰ ਉੱਥੇ ਮਨੁੱਖਾਂ ਦਾ ਜੀਵਨ ਨਹੀਂ ਬਣਦਾ। ਇਸ ਕਰਕੇ ਕਹਿੰਦੇ ਪਵਨ ਤੇ ਨੀਰ ਸਰ। ਫਿਰ ਜਲ ਦੇ ਅਥਾਹ ਵੱਡੇ ਸਰੋਤ ਰਚੇ ਹਨ। ਅਵਰ ਅਨਲ, ਅਨਲ ਦਾ ਭਾਵ ਅੱਗ, ਅਨਾਦ ਦਾ ਭਾਵ ਅਨਾਜ ਆਦਿ ਕੇ ਭਾਵ ਜਿਸ ਅਕਾਲ ਪੁਰਖ ਸਿਰਜਣਹਾਰ ਨੇ ਧਰਤੀ ਅਤੇ ਆਕਾਸ਼ ਰਚ ਕੇ ਉਹਨਾਂ ਨੂੰ ਸਹਾਰਾ ਦਿੱਤਾ ਹੋਇਆ ਹੈ। ਕਿ ਹੁਣ ਆਪ ਜੀ ਨੇ ਸਾਰਿਆਂ ਨੇ ਜਾਣਿਆ ਹੈ ਕਿ ਜਿਹੜਾ ਪਾਣੀ ਹੈ ਉਹਦੀ ਮਾਤਰਾ ਵੱਧ ਹੈ, ਧਰਤੀ ਦੀ ਮਾਤਰਾ ਜਿਹੜੀ ਧਰਤੀ ਦਾ ਹਿੱਸਾ ਘੱਟ ਹੈ। ਪਰ ਪਾਣੀ ਇੰਨਾ ਜ਼ਿਆਦਾ ਹੋਣ ਦੇ ਬਾਵਜੂਦ ਧਰਤੀ ਨੂੰ ਖੋਰਦਾ ਨਹੀਂ, ਧਰਤੀ ਟਿਕੀ ਹੋਈ ਹੈ ਉਹਦੇ ਉੱਪਰ। ਆਕਾਸ਼ ਜਿਹਨੂੰ ਕੋਈ ਆਧਾਰ ਨਹੀਂ ਦਿੱਤਾ ਹੋਇਆ, ਆਕਾਸ਼ ਟਿਕਿਆ ਹੋਇਆ ਹੈ। ਹਵਾ ਜਿਹੜੀ ਆਪਣੇ ਨੇਮ ਦੇ ਵਿੱਚ ਵਹਿ ਰਹੀ ਹੈ। ਹੁਣ ਜਿਵੇਂ ਅਮਰੀਕਾ ਵਰਗੇ ਮੁਲਕ ਹਨ, ਉਹਨਾਂ ਦੇ ਵਿੱਚ ਕਈ ਵਾਰੀ ਹਵਾ ਜ਼ਿਕਰ ਆਉਂਦਾ ਕਿ 200 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਵੀ ਵਗਦੀ ਹੈ ਅਤੇ ਚੰਗੇ ਜਿਹੜੀਆਂ ਉਸਾਰੀਆਂ ਉਹਨਾਂ ਨੂੰ ਢਾਹ ਦਿੰਦੀ ਹੈ। ਕਹਿੰਦੇ ਹਵਾ ਦਾ ਨੇਮ ਵੀ ਤੁਹਾਡੇ ਹੁਕਮ ਅਧੀਨ, ਜਿਸ ਅਕਾਲ ਪੁਰਖ ਦੇ ਨੇਮ ਅਧੀਨ ਚੱਲਦਾ ਹੈ। ਜਲ ਦਾ ਵਹਿਣ ਵੀ ਜਿਹਦੇ ਭੈ ਵਿੱਚ ਚੱਲਦਾ ਹੈ, ਜਿਨ੍ਹੇ ਇਸ ਸਾਰੀਆਂ ਵੱਡੀਆਂ ਆਪਣੀਆਂ ਰਚਨਾਵਾਂ ਨੂੰ ਆਪਣੇ ਹੁਕਮ ਦੇ ਵਿੱਚ ਰਚ ਕੇ ਨੱਥਿਆ ਹੋਇਆ ਹੈ। ਸਸ ਰੇਖ ਨਿਸ ਸੂਰ ਦਿਨ ਸੈਲ ਤਰੂਅ ਫਲ ਫੁੱਲ ਦਿਓ। ਅਤੇ ਸਸ ਦਾ ਭਾਵ ਚੰਦਰਮਾ, ਰਿਖ ਦਾ ਭਾਵ ਤਾਰੇ, ਨਿਸ ਦਾ ਭਾਵ ਦਿਨ ਰਾਤ, ਸੂਰ ਦਾ ਭਾਵ ਸੂਰਜ, ਸੈਲ ਦਾ ਭਾਵ ਪਹਾੜ, ਤਰੂਅ ਦਾ ਅਰਥ ਰੁੱਖ। ਅਤੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਜਿਸ ਨੇ ਚੰਦਰਮਾ ਨਕਸ਼ਤਰ ਤਾਰੇ ਬਣਾਏ, ਦਿਨ ਰਾਤ ਦਾ ਖੇਲ ਰਚਿਆ, ਬਨਸਪਤੀ ਦੇ ਵਿੱਚ ਅਥਾਹ ਤਰ੍ਹਾਂ ਦੀ ਰਚਨਾ ਪੈਦਾ ਕੀਤੀ, ਰੁੱਖ ਆਦਿਕ ਫਲ ਫੁੱਲ ਜਿਸ ਨੇ ਪੈਦਾ ਕੀਤੇ ਹਨ। ਸੁਰ ਨਰ ਸੁਪਤ ਸਮੁੰਦਰ ਕਿਉ ਧਾਰਿਓ ਤਿਰਭਵਨ ਜਾਸ। ਅਤੇ ਜਿਸ ਨੇ ਸੁਰ ਭਾਵ ਦੇਵਤਿਆਂ ਦੀ, ਨਰ ਭਾਵ ਮਨੁੱਖਾਂ ਦੀ, ਸਪਤ ਦਾ ਭਾਵ 7 ਸਮੁੰਦਰਾਂ ਦੀ ਰਚਨਾ ਕਰਕੇ ਆਪਣੇ ਆਪ ਦਾ ਪ੍ਰਕਾਸ਼ ਕੀਤਾ ਹੈ। ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ। ਕਿ ਉਸ ਨਾਮ ਦਾ ਭੇਦ, ਕਿ ਉਹ ਕਿਹੜੀ ਸ਼ਕਤੀ ਹੈ ਜਿਨ੍ਹੇ ਧਰਤੀ ਆਕਾਸ਼ ਨੂੰ ਰਚ ਕੇ ਟਿਕਾਇਆ ਹੋਇਆ, ਜਿਨ੍ਹੇ ਦਿਨ ਰਾਤ ਦਾ ਖੇਲ ਬਣਾਇਆ, ਜਿਹੜਾ ਬੇਅੰਤ ਜੀਵਾਂ ਦੀ ਪ੍ਰਤਪਾਲਣਾ ਸਾਜਣਾ ਕਰਕੇ ਆਪੇ ਮੇਟ ਰਿਹਾ। ਕਹਿੰਦੇ ਉਸ ਹਸਤੀ ਦਾ ਪਰਮ ਪ੍ਰਕਾਸ਼ ਨਾਮ ਰੂਪ ਦੇ ਵਿੱਚ, ਗਿਆਨ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਨੇ ਉਸ ਅਕਾਲ ਪੁਰਖ ਦੀ ਸਤ ਹਸਤੀ ਦਾ ਭੇਦ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਪ੍ਰਾਪਤ ਕੀਤਾ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ। ਹੁਣ ਗੁਰੂ ਕੀ ਰਹਿਮਤ ਦਾ ਜ਼ਿਕਰ ਕਰਦੇ ਹਨ ਭੱਟ ਸਾਹਿਬ ਜੀ। ਕੱਚੋ ਕੰਚਨ ਭਇਓ, ਉਹ ਕੱਚ ਤੋਂ ਸੋਨੇ ਵਰਗੇ ਹੋ ਗਏ ਹਨ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਆਪਣੇ ਕੰਨਾਂ ਨਾਲ ਸ਼ਰਵਣ ਕੀਤਾ। ਇਹਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਦੇ, ਹੁਣ ਜਿਵੇਂ ਅਸੀਂ ਆਮ ਕਰਕੇ ਗੱਲਬਾਤ ਕਰਦੇ ਹਾਂ, ਸਾਡੀ ਗੱਲਬਾਤ ਦੇ ਵਿੱਚ ਦਵੈਤ ਹੈ, ਸਾਡੀ ਗੱਲਬਾਤ ਦੇ ਵਿੱਚ ਸੀਮਾ ਹੈ, ਗਿਆਨ ਦੀ ਸੀਮਾ ਹੈ, ਅਨੁਭਵ ਦੀ ਸੀਮਾ ਹੈ। ਪਰ ਜਦੋਂ ਗੁਰੂ ਸ਼ਬਦ ਨੂੰ ਸ਼ਰਵਣ ਸੁਣਦੇ ਹਾਂ ਤਾਂ ਸਾਡੇ ਹਿਰਦੇ ਦਾ ਪ੍ਰਕਾਸ਼ ਇਉਂ ਹੋ ਜਾਂਦਾ ਹੈ ਕਿ ਸਾਰੇ ਬ੍ਰਹਿਮੰਡ ਵਿੱਚ ਜੋ ਅਕਾਲ ਪੁਰਖ ਦੀ ਹਸਤੀ ਦੀ ਮਹਿਮਾ ਜ਼ਿਕਰ ਚੱਲ ਰਿਹਾ, ਉਹਦੀ ਵੱਡੀ ਵਡਿਆਈ
ਸਾਨੂੰ ਸਮਝ ਹੋ ਜਾਂਦੀ ਹੈ ਅਤੇ ਸਾਡੀ ਸੁਰਤ ਉਚੇਰੀ ਹੋ ਜਾਂਦੀ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਕੱਚਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣਹਿ ਸੁਣਿਓ। ਭਾਵ ਕਿ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਭਾਵਨਾ ਕਰਕੇ ਆਪਣੇ ਕੰਨਾਂ ਨਾਲ ਸ਼ਰਵਣ ਕੀਤਾ, ਉਹ ਕੱਚ ਤੋਂ ਸੋਨੇ ਵਰਗੇ ਹੋ ਗਏ ਹਨ। ਕੱਚ ਦਾ ਭਾਵ ਜਿਹਦੀ ਕੋਈ ਕੀਮਤ ਨਹੀਂ, ਕੱਚ ਦਾ ਭਾਵ ਜਿਹਦਾ ਕੋਈ ਅਰਥ ਨਹੀਂ, ਅਤੇ ਕੰਚਨ ਦਾ ਭਾਵ ਸੋਨਾ, ਭਾਵੇਂ ਉਹਦਾ ਇੱਕ ਕਿਣਕਾ ਵੀ ਕਿਉਂ ਨਾ ਹੋਵੇ, ਉਹਦੀ ਵੀ ਕੀਮਤ ਹੈ। ਭਾਵ ਕਿ ਜਿਉਂ-ਜਿਉਂ ਗੁਰੂ ਸ਼ਬਦ ਨੂੰ ਸੁਣਦੇ ਗਏ, ਜਿਵੇਂ ਸੋਨਾ ਆਰੰਭ ਦੇ ਵਿੱਚ ਕਾਲਖ ਵਰਗਾ ਹੁੰਦਾ ਹੈ, ਤਾਂ ਭੱਟ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸ਼ਬਦ ਨੂੰ ਸੁਣਦੇ ਗਏ, ਗੁਰੂ ਸ਼ਬਦ ਦੇ ਨਾਲ ਜਿਨ੍ਹਾਂ ਦੀ ਲਿਵ ਇਕਾਗਰ ਹੁੰਦੀ ਗਈ, ਉਹ ਕੰਚਨ ਵਰਗੇ, ਭਾਵ ਪਹਿਲਾਂ ਕੋਈ ਕੱਚ ਵਰਗੇ ਸਨ, ਪਹਿਲਾਂ ਕੋਈ ਕੀਮਤ ਨਹੀਂ। ਜਿਉਂ-ਜਿਉਂ ਗੁਰੂ ਸ਼ਬਦ ਨੂੰ ਸੁਣਦੇ ਗਏ, ਸਿਫਤ ਕਰਨ ਦਾ ਢੰਗ ਆ ਗਿਆ, ਗਿਆਨ ਦੇ ਨਾਲ ਵਿਚਾਰ ਕਰਨੀ ਆ ਗਈ, ਸ਼ੁਭ ਗੁਣਾਂ ਦਾ ਅਮਲ ਕਰਨਾ ਆ ਗਿਆ। ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਸੁਣਿਆ, ਉਹ ਕੰਚਨ ਤੋਂ, ਕੱਚ ਤੋਂ, ਕੰਚਨ ਭਾਵ ਸੋਨੇ ਵਰਗੇ ਹੋ ਗਏ ਸਨ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਤੇ ਬਿਖ ਤੇ ਅੰਮ੍ਰਿਤ ਹੋਇਓ ਕਿ ਜ਼ਹਿਰ ਤੋਂ ਉਹਨਾਂ ਦਾ ਜੀਵਨ ਅੰਮ੍ਰਿਤ ਵਰਗਾ ਹੋ ਗਿਆ, ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਆਪ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਬਿਰਤਾਂਤ ਸ਼ਰਵਣ ਕੀਤਾ ਹੋਵੇਗਾ ਕਿ ਇੱਕ ਦਫਾ ਭਾਈ ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ। ਨੇੜੇ ਨਾ ਜਲ ਨਾ ਭੋਜਨ, ਕੁਝ ਵੀ ਫਲ ਫੁੱਲ ਕੁਝ ਵੀ ਨਹੀਂ ਸਨ। ਅੱਕ ਦਾ ਰੁੱਖ ਸੀ, ਤੈਨੂੰ ਕੱਖੜੀਆਂ ਲੱਗੀਆਂ ਹੋਈਆਂ ਸਨ। ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਕਿ ਆਹ ਖੱਖੜੀਆਂ ਤੋੜ ਕੇ ਚੱਬ ਲਾ ਅੱਕ ਦੀਆਂ। ਅਤੇ ਕਹਿਣ ਲੱਗੇ ਭਾਈ ਮਰਦਾਨਾ ਜੀ, ਇਹ ਬੜੀਆਂ ਕੌੜੀਆਂ ਹੋਣਗੀਆਂ, ਇਹਨਾਂ 'ਤੇ ਮੌਤ ਹੋ ਜਾਏਗੀ। ਕਹਿਣ ਲੱਗੇ ਤੂੰ ਵਾਹਿਗੁਰੂ ਕਹਿ ਕੇ ਆਪਣੇ ਮੁੱਖ 'ਚ ਪਾ ਲੈ। ਜਦੋਂ ਹੀ ਭਾਈ ਮਰਦਾਨਾ ਜੀ ਨੇ ਗ੍ਰਹਿਣ ਕੀਤੀਆਂ, ਉਹਨਾਂ ਨੇ ਮਿਠਾਸ ਵਰਗਾ ਰਸ ਦਿੱਤਾ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਬਿਖ ਤੇ ਅੰਮ੍ਰਿਤ ਹੋਇਓ, ਕਿ ਸਤਿਗੁਰੂ ਦਾ ਸ਼ਬਦ ਦੇਹ ਨੂੰ ਅੰਮ੍ਰਿਤ ਬਣਾ ਦਿੰਦਾ ਹੈ। ਜਦੋਂ ਦੇਹ ਅੰਮ੍ਰਿਤ ਬਣ ਜਾਵੇ ਅਤੇ ਉਸ ਫਿਰ ਦੇਹ ਦੇ ਵਿੱਚ ਪਾਇਆ ਹੋਇਆ ਜ਼ਹਿਰ ਵਰਗਾ ਪਦਾਰਥ ਵੀ ਅੰਮ੍ਰਿਤ ਲੱਗਦਾ ਹੈ। ਬਿਖ ਤੇ ਅੰਮ੍ਰਿਤ ਹੋਇਓ ਦਾ ਭਾਵ ਹੈ ਕਿ ਜਿਹੜੀ ਵਿਸ਼ਿਆਂ ਦੀ ਜ਼ਹਿਰ ਸਾਡੇ ਜੀਵਨ ਨੂੰ, ਜਿਹੜੇ ਵਿਕਾਰ, ਉਹਨਾਂ ਦੀ ਜ਼ਹਿਰ ਸਾਡੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ। ਭਾਵ ਕਿ ਜ਼ਹਿਰ ਦੇ ਸਮਾਨ ਕਰ ਦਿੰਦੇ ਹਨ ਜਿਹੜੇ ਵਿਕਾਰ। ਜਦੋਂ ਗੁਰੂ ਦਾ ਨਾਮ ਹਿਰਦੇ ਅੰਦਰ ਧਾਰਨ ਹੋ ਜਾਵੇ ਅਤੇ ਫਿਰ ਉਹੀ ਹਿਰਦਾ ਜਿਹੜੇ ਵਿਕਾਰਾਂ ਦੇ ਖਿਆਲ ਲੈ ਕੇ ਅਪਵਿੱਤਰ ਹੋ ਰਿਹਾ ਹੁੰਦਾ ਹੈ, ਉਹੀ ਸਤਿਗੁਰੂ ਦਾ ਸਰੂਪ ਹੋ ਕੇ ਸ਼ੁੱਧ ਹੋ ਜਾਂਦਾ ਹੈ। ਲੋਹ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਤਾਂ ਭੱਟ ਸਾਹਿਬ ਜੀ ਫਰਮਾਉਂਦੇ ਹਨ, ਲੋਹ ਹੋਇਓ ਲਾਲ, ਕਿ ਲੋਹੇ ਵਰਗਾ ਜੀਵਨ। ਭਾਵ ਕਿ ਲੋਹੇ ਦਾ ਭਾਵ ਜਿਹੜਾ ਕਾਲਾ ਹੈ, ਜਿਹੜਾ ਅਗਿਆਨ ਹੋਣ ਕਰਕੇ ਕਾਲਾ ਹੈ, ਜਿਹੜਾ ਸ਼ੁਭ ਗੁਣਾਂ ਤੋਂ ਹੀਣਾ ਹੋਣ ਕਰਕੇ ਪਾਰਾ ਹੈ। ਜਿਵੇਂ ਲੋਹੇ ਨੂੰ ਜੰਗ ਆਦਿਕ ਦਾ ਔਗਣ ਸੁਭਾਵਿਕ ਹੀ ਹੁੰਦਾ ਹੈ ਕਿ ਜਿਨ੍ਹਾਂ ਦੇ ਜੀਵਨ ਵਿੱਚ ਮਨਮੁਖਤਾ ਦਾ ਔਗਣ ਲੱਗਾ ਹੋਇਆ ਹੈ, ਅਤੇ ਜਿਹੜੇ ਧਰਤੀ ਭਾਵ ਕਿ ਜਿਹੜੇ ਇਸ ਤਰ੍ਹਾਂ ਦੇ ਜੀਵਨ ਵਾਲੇ ਹਨ, ਕਹਿੰਦੇ ਲੋਹ ਹੋਇਓ ਲਾਲ। ਸਤਿਗੁਰੂ ਦੀ ਨਜ਼ਰ ਹੋ ਜਾਵੇ ਤਾਂ ਲੋਹੇ ਵਰਗਾ ਜੀਵਨ, ਜਿਹੜਾ ਅਗਿਆਨ ਕਰਕੇ ਕਾਲਾ ਹੈ, ਜਿਹੜਾ ਤ੍ਰਿਸ਼ਨਾ ਕਰਕੇ ਭਾਰੀ ਹੈ, ਅਤੇ ਜਿਹਦੇ ਅੰਦਰ ਮਨਮੁਖਤਾ ਦਾ ਔਗਣ ਲੱਗਿਆ ਹੋਇਆ ਹੈ, ਭੱਟ ਸਾਹਿਬ ਜੀ ਜ਼ਿਕਰ ਕਰਦੇ ਨੇ, ਇਹੋ ਜਿਹਾ ਜੀਵਨ ਲਾਲ ਹੋ ਜਾਂਦਾ। ਲਾਲ ਇੱਕ ਕੀਮਤੀ ਜਿਹੜਾ ਰਤਨ ਹੁੰਦਾ ਹੈ, ਕਿ ਜਿਹੜਾ ਆਕਾਰ ਦੇ ਵਿੱਚ ਛੋਟਾ ਹੈ ਪਰ ਕੀਮਤ ਬੜੀ ਵੱਡੀ ਹੋ ਜਾਂਦੀ ਹੈ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਦ੍ਰਿਸ਼ਟੀ ਹੋ ਜਾਵੇ, ਉਹ ਲੋਹੇ ਤੋਂ, ਅਗਿਆਨ ਤੋਂ, ਮਨਮੁਖਤਾ ਤੋਂ, ਹਉਂ ਦੇ ਭਾਰ ਤੋਂ ਮੁਕਤ ਹੋ ਕੇ ਲਾਲ ਭਾਵ ਹਲਕੇ ਸਰੂਪ ਵਾਲੇ ਹੋ ਜਾਂਦੇ ਹਨ। ਜਦ ਸਤਿਗੁਰੂ ਦੀ ਦ੍ਰਿਸ਼ਟ ਉਹਨਾਂ ਉੱਪਰ ਹੁੰਦੀ ਹੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਅਤੇ ਪਾਹਣ ਦਾ ਅਰਥ ਹੁੰਦਾ ਹੈ ਮਾਣਕ, ਭਾਵ ਕਿ ਜਿਨ੍ਹਾਂ ਦੇ ਅੰਦਰ ਧਰਮ ਦੇ ਸੱਦ ਮਾਰਗ ਦੀ, ਹੁਣ ਜਿਵੇਂ ਪੱਥਰ ਚੱਲਦੇ ਨਹੀਂ ਹਨ, ਇੱਕੋ ਜਗ੍ਹਾ ਪਏ ਰਹਿੰਦੇ ਹਨ, ਜਿਨ੍ਹਾਂ ਦੇ ਅੰਦਰ ਧਰਮ ਦੇ ਸੱਦ ਮਾਰਗ ਦੇ ਚੱਲਣ ਦੀ ਨਾ ਜਗਿਆਸਾ ਹੈ, ਨਾ ਜਿਨ੍ਹਾਂ ਦੇ ਵਿੱਚ ਬਲ ਹੈ। ਗੁਰੂ ਸਾਹਿਬ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਪਾਹਣ ਮਾਣਕ ਕਰੈ, ਕਿ ਐਸੇ ਮਨਮੁਖਾਂ ਦੇ ਅੰਦਰ ਵੀ ਜਿਹੜੇ ਧਰਮ ਦੇ ਮਾਰਗ ਵੱਲ ਚੱਲਣਾ ਬਿਲਕੁਲ ਅਸੰਭਵ ਸਮਝਦੇ ਹਨ, ਉਹਨਾਂ ਦੇ ਹਿਰਦੇ ਅੰਦਰ ਐਸੀ ਗਿਆਨ ਦੀ ਜਗਿਆਸਾ ਸਤਿਗੁਰੂ ਪੈਦਾ ਕਰ ਦਿੰਦੇ ਹਨ। ਗਿਆਨ ਗੁਰ ਕਹਿਓ ਵਿਚਾਰੈ, ਫਿਰ ਉਹ ਵੀ ਸਤਿਗੁਰੂ ਦੀ ਸ਼ਬਦ ਵਿਚਾਰ ਕਰਨ ਵਾਲੇ
ਹੋ ਜਾਂਦੇ ਹਨ। ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਇਓ। ਤਾਂ ਕਾਠੋ ਦਾ ਭਾਵ ਹੁੰਦਾ ਲੱਕੜ, ਜਿਹੜੀ ਆਮ ਕਰਕੇ ਡੁੱਬ ਜਾਂਦੀ ਹੈ, ਜਿਹਦੇ ਵਿੱਚ ਅਗਨੀ ਦਾ ਗੁਣ ਵਿਆਪਤ ਹੈ। ਇਸ ਕਰਕੇ ਜ਼ਿਕਰ ਕਰਦੇ ਹਨ ਕਿ ਕਾਠ ਵਰਗਾ ਜਿਹੜਾ ਜੀਵਨ ਹੈ, ਸ੍ਰੀ ਖੰਡ ਦਾ ਭਾਵ ਹੁੰਦਾ ਚੰਦਨ, ਕਿ ਲੱਕੜ ਦੇ ਵਿੱਚ ਆਪਣਾ ਕੋਈ ਗੁਣ ਸੁਸ਼ੋਭਿਤ ਨਹੀਂ ਹੈ, ਪਰ ਸਤਿਗੁਰੂ ਦੇ ਸ਼ਬਦ ਦਾ ਜੋ ਭਾਵ ਹੈ, ਕਹਿੰਦੇ ਉਹ ਜੀਵ ਨੂੰ ਚੰਦਨ ਵਰਗਾ ਕਰ ਦਿੰਦਾ ਹੈ। ਭਾਵ ਕਿ ਉਹਦੇ 'ਚੋਂ ਸ਼ੁਭ ਗੁਣਾਂ ਦੀ ਮਹਿਕ ਆਉਣ ਲੱਗ ਪੈਂਦੀ ਹੈ। ਦੁੱਖ ਦਰਿਦਰ ਤਿਨ ਕੇ ਗਇਓ। ਅਤੇ ਐਸੇ ਮਨੁੱਖ ਜਿਨ੍ਹਾਂ ਨੇ ਸਤਿਗੁਰੂ ਦਰਸ਼ਨ ਨੂੰ ਪੇਖਿਆ ਹੈ, ਉਹਨਾਂ ਦੇ ਸਰਵ ਪ੍ਰਕਾਰ ਕਰਦੇ ਦੁੱਖ ਦਲਿੱਦਰ ਦੂਰ ਹੋਏ ਹਨ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪਰੇਤ ਸੁਰ ਨਰ ਪਇਓ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਬਾਰਕ ਚਰਨਾਂ ਨੂੰ ਜਿਨ੍ਹਾਂ ਪਰਸ ਕੇ ਸੇਵ ਕਮਾਈ ਹੈ, ਸ਼ਬਦ ਦੀ ਵਿਚਾਰ ਕੀਤੀ ਹੈ, ਸਤਿਗੁਰੂ ਦੇ ਦਰਸ਼ਨਾਂ ਦੇ ਨਾਲ ਆਪਣੇ ਨੇਤਰਾਂ ਨੂੰ ਪਵਿੱਤਰ ਕੀਤਾ ਹੈ, ਐਸੇ ਮਨੁੱਖ ਜਦੋਂ ਗੁਰੂ ਕੀ ਸ਼ਰਨ ਪਰਸਦੇ ਹਨ, ਪਸ ਪ੍ਰੇਤ ਪਸ਼ੂਆਂ ਤੋਂ, ਭੂਤਾਂ ਤੋਂ ਸੁਰ ਨਰ ਭਇਓ, ਦੇਵਤਿਆਂ ਵਰਗੇ ਹੋ ਜਾਂਦੇ ਹਨ। ਹੁਣ ਪਸ਼ੂ ਦਾ ਭਾਵ ਹੁੰਦਾ ਜੜਤਾ, ਜਿਹਦੇ ਅੰਦਰ ਭਾਰੀ ਖੜੋਤ ਹੈ। ਹੁਣ ਪਸ਼ੂ ਜਿਉਂ ਦਾ ਤਿਉਂ ਪੈਦਾ ਹੁੰਦਾ ਹੈ, ਉਹਦੇ ਅੰਦਰ ਜਿਹੜੇ ਕੁਦਰਤੀ ਗੁਣ ਹਨ ਉਹ ਜੀਵਨ ਭਰ ਓਨੇ ਕੀ ਰਹਿੰਦੇ ਹਨ। ਜਿਵੇਂ ਪਸ਼ੂ ਦੇ ਅੰਦਰ ਦੁੱਧ ਦੇਣ ਦਾ ਗੁਣ ਹੈ, ਉਹ ਜੀਵਨ ਭਰ ਓਨਾ ਕੀ ਰਹਿੰਦਾ ਹੈ। ਉਸ ਤੋਂ ਅਗਲਾ ਕੋਈ ਭਾਵ ਉਹ ਮਨੁੱਖ ਭਾਵੇਂ ਵਿਕਾਸ ਕਰ ਲਵੇ ਤੇ ਕਰ ਲਵੇ, ਪਸ਼ੂ ਦਾ ਗੁਣ ਉੱਥੇ ਰੁਕਿਆ ਹੋਇਆ ਹੈ। ਇਸ ਕਰਕੇ ਜਦੋਂ ਭੱਟ ਸਾਹਿਬਾਨ ਆਖਦੇ ਹਨ ਕਿ ਸਤਿਗੁਰੂ ਦੇ ਚਰਨ ਪਰਸਣ ਦੇ ਨਾਲ ਪਸ ਦਾ ਭਾਵ ਕਿ ਜਿਹੜੇ ਬੁੱਧੀ ਕਰਕੇ ਜੜ ਹੋ ਗਏ ਹਨ। ਜਿਵੇਂ ਪਸ਼ੂ ਨੂੰ ਜਿਵੇਂ ਕਈ ਵਾਰ ਤਾੜਨਾ ਕਰੀਏ ਤਾਂ ਪਸ਼ੂ ਮੰਨਦਾ ਹੀ ਨਹੀਂ, ਕਿਉਂਕਿ ਉਹਦੇ ਅੰਦਰ ਬੁੱਧੀ ਦਾ ਗੁਣ ਹੀ ਨਹੀਂ ਹੈ। ਉਹ ਜਦੋਂ ਬਹੁਤ ਜ਼ਿਆਦਾ ਮਾਰ ਪੈਂਦੀ ਹੈ ਤਾਂ ਉਸ ਮਾਰ ਦੇ ਨਾਲ ਪੈਦਾ ਹੋਇਆ ਦਰਦ ਉਹਨੂੰ ਮਾੜਾ ਮੋਟਾ ਅੱਗੇ ਪਿੱਛੇ ਹੋਣ ਲਈ ਮਜਬੂਰ ਕਰਦਾ ਹੈ। ਇਸ ਕਰਕੇ ਜਿਨ੍ਹਾਂ ਮਨੁੱਖਾਂ ਦੀ ਬੁੱਧੀ ਇੰਨੀ ਜਾੜ ਹੋ ਗਈ ਹੈ ਕਿ ਗੁਰੂ ਸ਼ਬਦ ਦੀ ਤਰਫ ਲੱਗਦੀ ਨਹੀਂ। ਦੂਜਾ ਫਿਰ ਜਿਨ੍ਹਾਂ ਨੇ ਜੀਵਨ ਦਾ ਅਰਥ ਕੇਵਲ ਉਦਰ ਪੂਰਤੀ ਰਹਿ ਗਿਆ ਹੈ। ਪਸ਼ੂ ਦਾ ਮਤਲਬ ਕੀ ਹੈ ਕਿ ਹਰ ਵੇਲੇ ਉਹਦੇ ਸਾਹਮਣੇ ਚਾਰਾ ਰਹੇ, ਕਿ ਜਿਹੜੇ ਹਰ ਸਮੇਂ ਵਿਕਾਰਾਂ ਦੀ, ਅਗਿਆਨ ਦੀ, ਮਾਇਆ ਦੀ ਖੁਰਾਕ ਵਿੱਚ ਲੱਗ ਕੇ ਆਪਣੀ ਉਦਰ ਪੂਰਤੀ ਕਰਦੇ ਹਨ। ਕਹਿੰਦੇ ਐਸੇ ਮਨੁੱਖਾਂ ਦੀ ਪ੍ਰੇਤ ਦਾ ਭਾਵ ਹੈ ਕਿ ਜਿਹੜੇ ਵਿਕਾਰਾਂ ਕਰਕੇ ਦਿਨ ਰਾਤ ਸੁਪਨ ਅਵਸਥਾ ਦੇ ਵਿੱਚ, ਜਾਗਰਤ ਅਵਸਥਾ ਦੇ ਵਿੱਚ ਭਟਕਦੇ ਹੀ ਰਹਿੰਦੇ ਹਨ। ਕਹਿੰਦੇ ਗੁਰੂ ਕਿਰਪਾ ਦੇ ਨਾਲ ਉਹ ਸੁਰ ਨਰ ਭਾਵ ਦੇਵਤਿਆਂ ਵਰਗੇ ਹੋ ਜਾਂਦੇ ਹਨ। ਜਾਮ ਗੁਰੂ ਹੋਏ ਵੱਲ, ਧਨਹਿ ਕਿਆ ਗਾਰ ਵਦਿਜੇ। ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਜੇ ਸਤਿਗੁਰੂ ਸਾਹਿਬ ਜੀ ਵੱਲ ਹੋਣ, ਧਨਹਿ ਕਿਆ ਗਾਰ ਵਦਿਜੇ, ਅਤੇ ਧਨ ਦੀ ਹੈਂਕੜ ਕੀ ਆਖ ਸਕਦੀ ਹੈ। ਭਾਵ ਕਿ ਸਤਿਗੁਰੂ ਦੀ ਸ਼ਰਨ ਜੁੜ ਜਾਣ ਦੇ ਨਾਲ ਜੀਵ ਦੇ ਅੰਦਰ ਦੋ ਤਰ੍ਹਾਂ ਦੀ ਸਮਤਾ ਆ ਜਾਂਦੀ ਹੈ। ਹੁਣ ਸਾਨੂੰ ਜੀਵਨ ਦੇ ਵਿੱਚ ਧਨ ਦੋ ਤਰੀਕਿਆਂ ਦੇ ਨਾਲ ਹੀ ਪ੍ਰਭਾਵਿਤ ਕਰਦਾ ਹੈ। ਇੱਕ ਜਦੋਂ ਨਹੀਂ ਪ੍ਰਾਪਤੀ ਹੁੰਦੀ ਤੇ ਇਹਦੇ ਮਗਰ ਭੱਜਣਾ ਪੈਂਦਾ, ਜ਼ਿੰਦਗੀ ਭਰ ਖੁਆਰ ਹੋ ਜਾਂਦੇ ਹਾਂ। ਦੂਜਾ ਜਦੋਂ ਬਹੁਤ ਜ਼ਿਆਦਾ ਪ੍ਰਾਪਤ ਹੋ ਜਾਵੇ, ਫਿਰ ਜਾਂ ਤਾਂ ਹੈਂਕੜ ਆ ਜਾਂਦੀ ਹੈ ਜਾਂ ਫਿਰ ਤ੍ਰਿਸ਼ਨਾ ਭਾਰੂ ਹੋ ਜਾਂਦੀ ਹੈ। ਪਰ ਤ੍ਰਿਸ਼ਨਾ ਪਹਿਲਾ ਪੱਖ ਹੀ ਬਣਦਾ ਹੈ ਕਿ ਧਨ ਦੋ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਜਦੋਂ ਕੋਲ ਨਾ ਹੋਵੇ ਉਦੋਂ ਇਹਦੀ ਪ੍ਰਾਪਤੀ ਦੇ ਲਈ ਬੜੇ ਯਤਨ ਕਰਦਾ ਮਨੁੱਖ, ਤ੍ਰਿਸ਼ਨਾ ਤੁਰ ਹੋਇਆ ਰਹਿੰਦਾ ਹੈ। ਜਦੋਂ ਪ੍ਰਾਪਤ ਹੋ ਜਾਵੇ ਫਿਰ ਇਹ ਹੰਕਾਰ ਪੈਦਾ ਕਰਦਾ। ਅਤੇ ਭੱਟ ਸਾਹਿਬ ਦੀ ਜ਼ਿਕਰ ਕਰਦੇ ਹਨ, ਜਾਮ ਗੁਰੂ ਹੋਏ ਵੱਲ, ਕਿ ਜਦੋਂ ਸਤਿਗੁਰੂ ਵੱਲ ਹੋਣ। ਸਤਿਗੁਰੂ ਦੇ ਵੱਲ ਹੋਣ ਦਾ ਮਤਲਬ ਹੈ ਕਿ ਆਪਣੇ ਜੀਵਨ ਦੀ ਹਉ ਨੂੰ ਛੱਡ ਕੇ ਸਤਿਗੁਰੂ ਦੇ ਸ਼ਬਦ ਰੂਪ ਗਿਆਨ ਨੂੰ ਦ੍ਰਿੜ ਕਰਕੇ ਗੁਰਮੁਖਾਂ ਵਾਲਾ ਜੀਵਨ ਬਣਾਇਆ ਹੋਵੇ। ਭਾਵ ਕਿ ਜਿਹੜੇ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ ਸਤਿਗੁਰੂ ਦੇ ਤਰਫ ਚੱਲਦੇ ਹਨ, ਜਦ ਸਤਿਗੁਰੂ ਆਪਣੀ ਕਿਰਪਾ ਦੇ ਨਾਲ ਉਹਨਾਂ ਨੂੰ ਗੁਰਮੁਖ ਬਣਾ ਦਿੰਦੇ ਹਨ, ਧਨਹਿ ਕਿਆ ਗਾਰ ਵਦਿਜੇ, ਫਿਰ ਨਾ ਧਨ ਦੀ ਲਾਲਸਾ ਦੀ ਭਟਕਣ ਅਤੇ ਨਾ ਫਿਰ ਧਨ ਪ੍ਰਾਪਤੀ ਦਾ ਹੈਂਕੜ ਉਹਨਾਂ ਪਾਸ ਰਹਿੰਦਾ ਹੈ। ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਜੇ। ਜੇ ਸਤਿਗੁਰੂ ਵੱਲ ਹੋਣ, ਹੁਣ ਸਾਡਾ ਜੀਵਨ ਤਿੰਨ ਤਰੀਕਿਆਂ ਦੇ ਨਾਲ ਬਾਹਰੀ ਤੌਰ ਤੋਂ ਪ੍ਰਭਾਵਿਤ ਹੁੰਦਾ ਹੈ। ਇੱਕ ਸਾਡੇ ਕੁਦਰਤੀ ਜਿਹੜੇ ਨਿਕਟਵਰਤੀ ਹਨ, ਜਿਵੇਂ ਸਾਨੂੰ ਨਿਕਟਵਰਤੀ ਸਾਡੇ ਬਾਰੇ ਜਾਣੂ ਹੋ ਜਾਂਦੇ ਹਨ, ਉਹ ਸਾਨੂੰ ਨੁਕਸਾਨ ਪਹੁੰਚਾਉਣ ਬਾਰੇ ਕਈ ਵਾਰੀ ਸੋਚਦੇ ਹਨ। ਇੱਕ ਹੋ ਕੇ ਸਾਡੇ ਨਿਕਟਵਰਤੀ। ਦੂਜਾ ਹੋ ਗਿਆ ਸਮਾਜ, ਜਿਹਦੇ ਸਮਾਜ ਭਾਵਕ ਜਿਹਦੇ ਵਿੱਚ ਕੁਦਰਤ ਆਦਿਕ, ਜਿਹਦੇ ਵਿੱਚ ਕੁਦਰਤੀ ਆਫਤਾਵਾਂ ਆਉਂਦੀਆਂ ਨੇ। ਤੀਜਾ ਹੈ ਸਾਡਾ ਆਪਣਾ ਮਨ, ਜਿਹਦੇ ਵਿੱਚੋਂ ਵਿਕਾਰ ਪੈਦਾ ਹੁੰਦੇ ਹਨ।
ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਜੇ ਸਤਿਗੁਰੂ ਹੋਵੇ ਜੇ ਸਤਿਗੁਰੂ ਸਾਹਿਬ ਜੀ ਵੱਲ ਹੋਣ, ਮਦਦਗਾਰ ਹੋਣ, ਫਿਰ ਵਿਕਾਰਾਂ ਦੇ ਹਜ਼ਾਰਾਂ ਫੁਰਨੇ ਸਮਾਜ ਦੁਆਰਾ ਕੁਦਰਤ ਦੁਆਰਾ ਪੈਦਾ ਕੀਤਾ ਜਾਣ ਵਾਲੀਆਂ ਹਜ਼ਾਰਾਂ ਔਕੜਾਂ ਉਸ ਨੂੰ ਕੀ ਕਰ ਸਕਦੀਆਂ ਹਨ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ। ਤੇ ਜੇ ਸਤਿਗੁਰੂ ਸਾਹਿਬ ਜੀ ਮਦਦਗਾਰ ਹੋਣ, ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ, ਜ਼ਿਕਰ ਕਰਦੇ ਹਨ ਗਿਆਨ, ਕਿ ਆਮ ਕਰਕੇ ਸੰਸਾਰ ਨੂੰ ਕਿਉਂਕਿ ਸ਼ੁਭ ਕਰਮ ਦੀ ਸੋਝੀ ਕਿਉਂ ਨਹੀਂ ਆਉਂਦੀ, ਕਿਉਂਕਿ ਗਿਆਨ ਕੋਲ ਨਹੀਂ ਹੈ। ਪਰ ਕਹਿੰਦੇ ਜੇ ਸਤਿਗੁਰੂ ਮਦਦਗਾਰ ਹੋਣ 'ਤੇ ਗਿਆਨ ਦਾ ਐਸਾ ਪ੍ਰਕਾਸ਼ ਹੁੰਦਾ ਹੈ ਕਿ ਫਿਰ ਪਰਮ ਧਿਆਨ ਵਾਲਾ ਬੰਦਾ ਜੁੜ ਜਾਂਦਾ, ਸਿਖਰ 'ਤੇ ਉਹਦਾ ਗਿਆਨ ਚਲਿਆ ਜਾਂਦਾ ਹੈ। ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ। ਜੇ ਸਤਿਗੁਰੂ ਮਦਦਗਾਰ ਹੋਣ 'ਤੇ ਆਪਣੇ ਸ਼ਬਦ ਦਾ ਸਾਖੀ ਰੂਪ ਪ੍ਰਮਾਣ ਹਿਰਦੇ ਅੰਦਰ ਹੀ ਪ੍ਰਗਟ ਕਰ ਦਿੰਦੇ ਹਨ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ। ਹੁਣ ਸਾਖੀ ਦਾ ਭਾਵ ਹੈ ਕਿ ਐਸਾ ਕੌਤਕ ਵਰਤਾ ਦੇਣਾ ਜਿਹਦੇ ਨਾਲ ਅਕਾਲ ਪੁਰਖ ਦੀ ਜਿਹੜੀ ਉੱਚਤਾ ਹੈ, ਉਹਦੀ ਕਿਰਪਾਲਤਾ, ਦਇਆਲਤਾ, ਉਹਦੀ ਵਿਆਪਕਤਾ ਹੈ, ਉਹਦਾ ਸਪਸ਼ਟ ਪਤਾ ਲੱਗ ਜਾਵੇ। ਅਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਜ਼ਿਕਰ ਤਾਂ ਭੱਟ ਸਾਹਿਬਾਨ ਕਰਦੇ ਹਨ ਕਿ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਦੇ ਉੱਪਰ ਤੁਹਾਡੀ ਕਿਰਪਾ ਹੋ ਜਾਵੇ, ਉਹਨਾਂ ਨੂੰ ਸ਼ਬਦ ਦੀ ਗਵਾਹੀ ਦਾ ਪ੍ਰਮਾਣ ਸੱਚ ਰੂਪ ਹੋ ਕੇ ਆਪਣੇ ਘਰ ਵਿੱਚ ਹੀ ਮਿਲ ਜਾਂਦਾ ਹੈ। ਭਾਵ ਕਿ ਪਰਮੇਸ਼ਰ ਦੇ ਬਾਰੇ ਕਿਹਾ ਜਾਂਦਾ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਅਤੇ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦਾ ਜੀਵਨ ਕਿਸੇ ਸਮੇਂ ਇਸ ਤਰ੍ਹਾਂ ਦੇ ਸੰਕਟਗ੍ਰਸਤ ਹੋ ਗਿਆ ਸੀ, ਪਰ ਬਾਅਦ ਦੇ ਵਿੱਚ ਉਸੇ ਅਕਾਲ ਪੁਰਖ ਦੀ ਕਰਮਾਤ ਹੋਈ ਅਤੇ ਗੁਰੂ ਰਾਮਦਾਸ ਸਾਹਿਬ ਜੀ ਰਾਜਯੋਗ ਸਿੰਘਾਸਣ ਦੇ ਮਾਲਕ ਬਣੇ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਗੁਰੂ ਸਾਹਿਬ ਜੀ ਜੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਸ਼ਬਦ ਦਾ ਪ੍ਰਮਾਣ, ਸਾਖੀ ਪ੍ਰਮਾਣ, ਸਪਸ਼ਟ ਗਵਾਹੀ ਗੁਰਸਿੱਖ ਦੇ ਜੀਵਨ ਅੰਦਰ ਪ੍ਰਗਟ ਕਰ ਦਿੰਦੇ ਹੋ। ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭੱਟ ਬੇਨਤ ਕਹੈ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਜੋ ਗੁਰੂ ਗੁਰੂ ਅਹਨਿਸ ਜਪੈ, ਕਿ ਜਿਹੜੇ ਹਰ ਵੇਲੇ, ਹੁਣ ਕੱਲ੍ਹ ਵੀ ਇੱਕ ਦਫਾ ਜ਼ਿਕਰ ਕੀਤਾ ਸੀ ਕਿ ਕਈ ਦਫਾ ਸਾਨੂੰ ਕਈ ਤਰ੍ਹਾਂ ਦੀ ਭ੍ਰਾਂਤੀ ਰਹਿ ਜਾਂਦੀ ਹੈ। ਇੱਕ ਹੁੰਦਾ ਭਰਮ, ਇੱਕ ਹੁੰਦੀ ਹੈ ਭ੍ਰਾਂਤੀ। ਭ੍ਰਾਂਤੀ ਦਾ ਭਾਵ ਹੈ ਕਿ ਥੋੜ੍ਹਾ ਹਲਕਾ ਜਿਹਾ ਭਰਮ ਥੋੜ੍ਹਾ ਭਾਰਾ ਹੁੰਦਾ, ਭ੍ਰਾਂਤੀ ਥੋੜ੍ਹੀ ਹਲਕੀ ਜਿਹੀ ਹੁੰਦੀ ਹੈ। ਕਈ ਵਾਰੀ ਸਾਨੂੰ ਇਹ ਭ੍ਰਾਂਤੀ ਰਹਿ ਜਾਂਦੀ ਹੈ ਕਿ ਜੇ ਅਸੀਂ ਵਾਹਿਗੁਰੂ ਸ਼ਬਦ ਕਹਾਂਗੇ ਤਾਂ ਸਾਡੀ ਅਧਿਆਤਮਿਕ ਸਾਧਨਾ ਹੈ, ਜੇ ਅਸੀਂ ਸਤਨਾਮ ਕਹਾਂਗੇ ਤਾਂ ਸਾਡੀ ਦੂਜੇ ਸ਼ਬਦਾਂ ਕਹਿਣ ਦੇ ਨਾਲ ਸਾਡੀ ਸਾਧਨਾ ਜਾਂ ਭਗਤੀ ਨਹੀਂ ਹੋਏਗੀ। ਪਰ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਆਪਣੇ ਮੁਖ ਤੋਂ ਗੁਰੂ ਰਾਮਦਾਸ ਕਹਿਣਾ ਵੀ ਗੁਰਸਿੱਖ ਦੀ ਭਗਤੀ ਹੈ। ਅਤੇ ਕਹਿੰਦੇ ਜੋ ਗੁਰੂ ਗੁਰੂ ਅਹਨਿਸ ਜਪੈ, ਕਿ ਜਿਹੜੇ ਹਰ ਵੇਲੇ ਗੁਰੂ ਰਾਮਦਾਸ ਸਾਹਿਬ ਦਾ ਨਾਮ ਦਾ ਜ਼ਿਕਰ ਆਪਣੀ ਰਸਨਾ 'ਤੇ ਕਰਦੇ ਹਨ। ਦਾਸ ਭੱਟ ਬੇਨਤ ਕਹੈ। ਭੱਟ ਸਾਹਿਬ ਜੀ ਬੇਨਤੀ ਕਰਦੇ ਆਖਦੇ ਹਨ, ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋਹ ਥੇ ਰਹੈ। ਕਿ ਜੋ ਗੁਰੂ ਨੇ ਨਾਮ ਦਾ ਭੇਦ ਪ੍ਰਗਟ ਕੀਤਾ ਹੈ, ਜਿਹੜੇ ਉਸ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਹ ਜਨਮ ਮਰਨ ਦੀਆਂ ਦੋਹਾਂ ਥਾਵਾਂ ਤੋਂ ਰਹਿਤ ਹੋ ਜਾਂਦੇ ਹਨ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਹੁਣ ਗੁਰ ਦਾ ਭਾਵ ਹੁੰਦਾ ਗਿਆਨ ਦੀ ਜੁਗਤ ਦਾ ਪ੍ਰਕਾਸ਼। ਜਿੰਨਾ ਚਿਰ ਕਿਸੇ ਨੂੰ ਗਿਆਨ ਦੀ ਜੁਗਤ ਦਾ ਪ੍ਰਕਾਸ਼ ਨਹੀਂ ਮਿਲਦਾ, ਉਹਨਾਂ ਚਿਰ ਘੋਰ ਅੰਧਾਰ ਦੇ ਵਿੱਚ ਇਹ ਮਨੁੱਖ ਜੀਵਨ ਭਟਕ ਰਿਹਾ ਹੈ। ਜਿੰਨਾ ਚਿਰ ਮਨੁੱਖ ਕੋਲੋਂ ਗਿਆਨ ਦੀ ਜੁਗਤ ਦਾ ਪ੍ਰਕਾਸ਼ ਨਹੀਂ ਹੈ। ਜਿਵੇਂ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਕੰਮ ਕਰਨ ਦਾ ਹੁਨਰ ਹੈ, ਪਹਿਲਾਂ ਉਹ ਹੁਨਰ ਸਾਡੀ ਬੁੱਧੀ ਵਿੱਚ ਆਇਆ, ਅਤੇ ਜਦੋਂ ਅਸੀਂ ਉਸ ਹੁਨਰ ਦਾ ਅਮਲ ਪੈਦਾ ਕੀਤਾ ਹੈ, ਫਿਰ ਸਾਨੂੰ ਉਸ ਹੁਨਰ ਕਰਕੇ ਇੱਜ਼ਤ ਮਿਲੀ ਹੈ, ਸਨਮਾਨ ਮਿਲਿਆ, ਜਾਂ ਸਾਡਾ ਜੀਵਨ ਸੁਖਦ ਹੋਇਆ ਹੈ। ਇਸ ਕਰਕੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਗੁਰ ਬਿਨ ਘੋਰ ਅੰਧਾਰ। ਜਿੰਨਾ ਚਿਰ ਸਤ ਗਿਆਨ ਦੀ ਜੁਗਤ ਦਾ ਪ੍ਰਕਾਸ਼ ਹਿਰਦੇ ਅੰਦਰ ਨਾ ਹੋਵੇ, ਉਹਨਾਂ ਚਿਰ ਜੀਵਨ ਜਿਹੜਾ ਹੈ ਘੋਰ ਅੰਧਾਰ ਦੇ ਵਿੱਚ ਹੈ। ਅਤੇ ਇਸ ਗਿਆਨ ਦੀ ਜੁਗਤ ਦਾ ਪ੍ਰਕਾਸ਼ ਗੁਰੂ ਬਿਨ ਸਮਝ ਨ ਆਵੇ। ਗੁਰੂ ਤੋਂ ਬਿਨਾਂ ਗਿਆਨ ਦੀ ਜੁਗਤ ਦਾ ਪ੍ਰਕਾਸ਼ ਕੋਈ ਨਹੀਂ ਕਰਦਾ ਅਤੇ ਨਾ ਹੀ ਸਮਝ ਆਉਂਦਾ ਹੈ। ਹੁਣ ਸਤਿਗੁਰੂ ਕਿਵੇਂ ਕਿਰਪਾ ਕਰਦੇ ਹਨ, ਜ਼ਿਕਰ ਕੀਤਾ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਹੁਣ ਧਰਮ ਦੀ ਸਭ ਤੋਂ ਮੂਲ ਸਮੱਸਿਆ ਹੈ ਆਪਣੀ ਹਉਮੈ ਦੇ ਦੀਰਘ ਰੋਗ ਨੂੰ ਖਤਮ ਕਰਨਾ। ਹੁਣ ਕੁਦਰਤੀ ਹੈ
ਜੀਵਨ ਦੇ ਵਿੱਚ ਜਦ ਆਪਣਾ ਨਿੱਜ ਅਨੁਭਵ ਆਪਦੇ ਸਨਮੁਖ ਰੱਖਦਿਆਂ, ਜਦ ਜੀਵਨ ਦੇ ਵਿੱਚ ਇੱਕ ਸਮੇਂ ਵਿਦਿਅਕ ਨੁਕਤੇ ਤੋਂ ਇਹ ਅਭਿਲਾਸ਼ਾ ਪੈਦਾ ਹੋਈ ਕਿ ਹਉਮੈ ਦੇ ਬਾਰੇ ਸੰਪੂਰਨ ਢੰਗ ਦੇ ਨਾਲ ਜਾਣਿਆ ਜਾਵੇ ਕਿ ਗਿਆਨ ਦੇ ਨੁਕਤੇ ਤੋਂ ਹਉਮੈ ਹੈ ਕਿਵੇਂ, ਤਾਂ ਭੱਟ ਸਾਹਿਬ ਜੀ ਨੇ ਜ਼ਿਕਰ ਕੀਤਾ, ਗੁਰੂ ਬਿਨ ਸਮਝ ਨ ਆਵੈ। ਧਰਮ ਦੀ ਮੂਲ ਸਮੱਸਿਆ ਹੈ ਹਉਮੈ, ਕਿ ਧੀਰਗ ਰੋਗ ਇਹ ਬੰਦੇ ਦੇ ਅੰਦਰੋਂ ਖਤਮ ਹੋ ਜਾਵੇ। ਹੁਣ ਇਸ ਸਮੱਸਿਆ ਦਾ ਹੱਲ ਗੁਰੂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ, ਅਤੇ ਗੁਰੂ ਇਹਦਾ ਹੱਲ ਕਿਵੇਂ ਕਰਦਾ ਹੈ। ਆਪ ਜੀ ਸੋਚੋਗੇ ਸਾਨੂੰ ਸਾਰੀ ਬਾਣੀ ਪੜ੍ਹਨੀ ਪਏਗੀ, ਸਾਰੀ ਬਾਣੀ ਦੀ ਵਿਚਾਰ ਸੁਣਨੀ ਪਏਗੀ, ਫਿਰ ਬਾਣੀ ਦੀ ਵਿਚਾਰ ਦਾ ਅਮਲ ਕਰਨਾ ਪਏਗਾ, ਫਿਰ ਜਾ ਕੇ ਸਾਡੀ ਹਉਮੈ ਮਿਟੇਗੀ। ਫਿਰ ਸਾਨੂੰ ਇੰਝ ਲੱਗਦਾ ਹੈ ਕਿ ਕੁਦਰਤੀ ਸਰਲ ਸਮਝ ਤਾਂ ਇੰਝ ਹੀ ਆਉਂਦੀ ਹੈ, ਪਰ ਗੁਰੂ ਬਿਨ ਸਮਝ ਨਾ ਆਵੇ। ਫਿਰ ਬਾਣੀ ਦੇ ਵਿੱਚ ਜਦੋਂ ਬੜਾ ਅਸੀਂ ਵੀ ਵਿਚਾਰ ਲਿਆ, ਕਈ ਸੈਂਕੜੇ ਪੁਸਤਕਾਂ ਪੜ੍ਹ ਲਈਆਂ ਕਿ ਪਤਾ ਲੱਗ ਜਾਏ ਇਹਦਾ, ਪਰ ਬਾਅਦ ਦੇ ਵਿੱਚ ਜਦੋਂ ਗੁਰੂ ਸ਼ਬਦ ਨੂੰ ਥੋੜ੍ਹਾ ਜਿਹਾ ਨੇੜੇ ਹੋ ਕੇ ਦੇਖਿਆ, ਪੇਖਿਆ, ਸਮਝਣ ਦਾ ਯਤਨ ਕੀਤਾ, ਤਾਂ ਫਿਰ ਸਮਝ ਆਇਆ ਕਿ ਗੁਰੂ ਨੇ ਇੱਕੋ ਜਗ੍ਹਾ ਹੀ ਪ੍ਰਕਾਸ਼ ਕੀਤਾ ਹੋਇਆ। ਹਉਮੈ ਧੀਰਗ ਦੋ ਰੋਗ ਹੈ, ਦਾਰੂ ਪੀ ਇਸ ਮਾਹੀ। ਕਿ ਜਿੱਥੇ ਤੇਰੀ ਮੈਂ ਪੈਦਾ ਹੁੰਦੀ ਹੈ, ਉੱਥੇ ਤੂੰ ਆਪਣੀ ਮੈਂ ਨੂੰ ਮਨਫੀ ਕਰਕੇ ਪਰਮੇਸ਼ਰ ਨੂੰ ਤੂੰ ਦੇ ਰੂਪ ਵਿੱਚ ਰੱਖ ਦੇ। ਜਦੋਂ ਤੇਰੀ ਮੈਂ ਦਾ ਮੂੰਹ ਅਕਾਲ ਪੁਰਖ ਤੂੰ ਵੱਲ ਹੋ ਗਿਆ, ਫਿਰ ਤੇਰੀ ਮੈਂ ਦੀ ਜਿਹੜੀ ਹਉਮੈ ਹੈ ਉਹ ਬਚੇਗੀ ਨਹੀਂ। ਕਿੰਨਾ ਸਰਲ ਗੁਰੂ ਸਾਹਿਬ ਜੀ ਨੇ ਹੱਲ ਦਿੱਤਾ, ਦਾਰੂ ਪੀ ਇਸ ਮਾਹੇ। ਕਿ ਜਿਵੇਂ ਪਾਰਾ ਹੁੰਦਾ, ਸਿੱਧਾ ਗ੍ਰਹਿਣ ਕਰ ਲਈਏ ਤਾਂ ਮੌਤ ਹੋ ਜਾਂਦੀ ਹੈ, ਪਰ ਜੇ ਪਾਰੇ ਨੂੰ ਕੁਝ ਔਸ਼ਧੀਆਂ ਦੇ ਨਾਲ ਮਿਲਾ ਕੇ ਮਾਰ ਕੇ ਸ਼ੁੱਧ ਕਰ ਲਿਆ ਜਾਵੇ, ਅਤੇ ਉਹ ਪਾਰਾ ਹੀ ਪਾਚਨ ਕਿਰਿਆ ਦੇ ਵਿੱਚ ਕਿਡਨੀਆਂ ਦੇ 50 ਰੋਗਾਂ ਦੇ ਵਿੱਚ ਕੰਮ ਆ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਗੁਰੂ ਬਿਨ ਸਮਝ ਨ ਆਵੇ। ਗੁਰੂ ਦੇ ਸ਼ਬਦ ਦੀ ਗਿਆਨ ਦਾ ਜੁਗਤ ਪ੍ਰਕਾਸ਼ ਹੋਇਆ ਬਿਨਾਂ ਇਹ ਭਾਵ ਨਹੀਂ ਸਮਝ ਆਉਂਦੇ ਹਨ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਬਿਨ ਭਾਵ ਕਿ ਗਿਆਨ ਦੀ ਜੁਗਤ ਦੇ ਪ੍ਰਕਾਸ਼ ਤੋਂ ਬਿਨਾਂ ਸੁਰਤ ਉੱਚੀ ਨਹੀਂ ਹੁੰਦੀ, ਕਿਉਂਕਿ ਜਿਹੜੀ ਸੁਰਤ ਹੈ ਉਹ ਪੰਜਾਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦੇ ਅਧੀਨ ਹੋ ਕੇ ਬਾਹਰ ਮੁਖੀ ਹੋਈ ਪਈ ਹੈ। ਅੰਦਰੋਂ ਪਰਮੇਸ਼ਰ ਦਾ ਰੂਪ ਲੱਭਣ ਦੀ ਬਜਾਏ ਬਾਹਰੀ ਤੌਰ 'ਤੇ ਅੱਖਾਂ ਨਾਲ ਦੇਖ ਕੇ ਵਿਕਾਰਾਂ ਦੇ ਰਸ ਭੋਗ ਰਹੇ ਹਾਂ। ਅੰਦਰੋਂ ਸ਼ਬਦ ਦੀ ਧੁਨੀ ਸੁਣਨ ਦੀ ਬਜਾਏ ਬਾਹਰੋਂ ਮੰਦਾ ਨਾਦ ਸੁਣ ਕੇ ਆਪਣਾ ਆਚਰਣ ਮਹਿਲਾ ਕਰ ਰਹੇ ਹਾਂ। ਕਹਿੰਦੇ ਇਸ ਕਰਕੇ ਜਿੰਨਾ ਚਿਰ ਗਿਆਨ ਦੀ ਜੁਗਤ ਦਾ ਪ੍ਰਕਾਸ਼ ਨਾ ਹੋਵੇ, ਸੁਰਤ ਨਹੀਂ ਉੱਚੀ ਹੁੰਦੀ। ਅਤੇ ਇਸ ਸੁਰਤ ਦੀ ਉਚਾਈ ਜਿੰਨਾ ਚਿਰ ਗੁਰੂ ਆਪ ਨਹੀਂ ਬਖਸ਼ਿਸ਼ ਕਰਦੇ, ਉਨਾ ਚਿਰ ਮੁਕਤ ਵੀ ਨਹੀਂ ਹੁੰਦੀ ਹੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਹੁਣ ਭੱਟ ਸਾਹਿਬ ਜੀ ਨੇ ਜ਼ਿਕਰ ਕੀਤਾ ਗੁਰ ਕਰ ਸੱਚ ਵਿਚਾਰ, ਕਿ ਜੋ ਗੁਰੂ ਨੇ ਵਾਕ ਕਹੇ ਹਨ, ਤੂੰ ਭਾਵੇਂ 2021 'ਚ ਅਤੇ ਭਾਵੇਂ 3021 'ਚ ਬਹਿ ਕੇ ਵਿਚਾਰ ਲਾ, ਇਹ ਆਦ ਜੁਗਾਦ ਸੱਚ ਹੈ। ਪਰ ਇਹਦਾ ਸੱਚ ਤੈਨੂੰ ਵਿਚਾਰ ਵਿੱਚੋਂ ਲੱਭਣਾ ਹੈ, ਕੱਲਾ ਪੜ੍ਹਨ ਦੇ ਨਾਲ ਗੁਰਬਾਣੀ ਦਾ ਸੱਚ ਨਹੀਂ ਲੱਭ ਜਾਣਾ। ਇਸ ਕਰਕੇ ਜ਼ਿਕਰ ਕਰਦੇ ਹਨ ਗੁਰ ਕਰ ਸੱਚ ਵਿਚਾਰ। ਜੋ ਗੁਰੂ ਨੇ ਵਾਕ ਕਹੇ ਹਨ, ਉਹਨਾਂ ਨੂੰ ਸੱਚਾ ਆਧਾਰ ਸਮਝ ਕੇ ਉਹਦੀ ਵਿਚਾਰ ਕਰ, ਅਤੇ ਫਿਰ ਉਹਦਾ ਆਧਾਰ ਕੀ ਹੋਏਗਾ, ਗੁਰੂ ਕਰ ਰੇ ਮਨ ਮੇਰੇ। ਫਿਰ ਸਦਾ ਹੀ ਗੁਰੂ ਚਰਨਾਂ ਦਾ ਧਿਆਨ ਧਰਦਾ ਰਹੋ। ਗੁਰ ਕਰ ਸ਼ਬਦ ਸਪੁੰਨ, ਅਗਨ ਕਟਹੇ ਸਭ ਤੇਰੇ। ਅਤੇ ਗੁਰੂ ਨੇ ਜਦ ਆਪਣੇ ਸ਼ਬਦ ਦੀ ਸੰਪੂਰਨਤਾ ਦੇ ਦਿੱਤੀ। ਹੁਣ ਸੰਪੂਰਨਤਾ ਦਾ ਅਰਥ ਕੀ ਹੈ ਪਤਾ ਨਹੀਂ, ਆਪ ਜੀ ਕਿਸ ਤਰੀਕੇ ਨਾਲ ਗੁਰੂ ਦੇ ਸਨਮੁਖ ਅਰਦਾਸ ਕਰਦੇ ਹੋਵੋਗੇ, ਆਪਣਾ ਨਿੱਜ ਵਿਸ਼ਾ ਹੈ। ਪਰ ਜੇ ਅਸੀਂ ਇੱਕ ਵਾਕ ਦੀ ਵਿਆਖਿਆ ਦੀ ਗੱਲ ਕਰੀਏ ਤਾਂ ਗੁਰਸਿੱਖ ਦੀ ਅਰਦਾਸ ਸਤਿਗੁਰੂ ਦੇ ਪਾਸ ਇਹ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਜਿਹੜੇ ਸ਼ਬਦ ਦਾ ਪਾਠ, ਜਿਸ ਸ਼ਬਦ ਦਾ ਕੀਰਤਨ ਅਤੇ ਜਿਸ ਸ਼ਬਦ ਦੀ ਵਿਚਾਰ ਸਾਨੂੰ ਤੂੰ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਇਹ ਸਾਡੇ ਹਿਰਦੇ ਅੰਦਰ ਉਵੇਂ ਸਮੋ ਜਾਵੇ ਜਿਵੇਂ ਇੱਕ ਬੀਜ ਜ਼ਮੀਨ ਦੇ ਵਿੱਚ ਸਮੋ ਜਾਵੇ ਅਤੇ ਉਹ ਪੌਦਾ ਬਣ ਕੇ ਪ੍ਰਫੁੱਲਤ ਹੁੰਦਾ ਹੈ। ਅਤੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਗੁਰ ਕਰ ਸ਼ਬਦ ਸਪੁੰਨ, ਕਿ ਜੇ ਤੂੰ ਸਤਿਗੁਰੂ ਨੂੰ ਬਸ ਗੁਰੂ ਗੁਰੂ ਕਹਿ। ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜੇ ਸਤਿਗੁਰੂ ਦੀ ਮਿਹਰਾਮਤ ਹੋ ਗਈ, ਸਤਿਗੁਰੂ ਨੇ ਨਦਰ ਕਰ ਦਿੱਤੀ, ਤਾਂ ਸ਼ਬਦ ਸਪੁੰਨ, ਸ਼ਬਦ ਦਾ ਸਾਰਾ ਪ੍ਰਕਾਸ਼, ਸ਼ਬਦ ਦਾ ਅਥਾਹ ਰਸ ਵੀ ਆਏਗਾ, ਸ਼ਬਦ ਦਾ ਗਿਆਨ ਵੀ ਆਏਗਾ, ਸ਼ਬਦ ਦਾ ਅਨੁਭਵ ਵੀ ਬਣੇਗਾ, ਅਤੇ ਸ਼ਬਦ ਤੇਰੇ ਅਮਲ ਵਿੱਚੋਂ ਵੀ ਪਤਾ ਲੱਗੇਗਾ। ਕਹਿੰਦੇ ਗੁਰ ਕਰ ਸ਼ਬਦ ਸਪੁੰਨ, ਅਗਨ ਕਟਹੇ ਸਭ ਤੇਰੇ। ਤੇਰੇ ਸਾਰੇ ਤਰ੍ਹਾਂ ਦੇ ਅਗਨ ਭਾਵ ਪਾਪ ਨਾਸ਼ ਹੋ ਜਾਣਗੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੇ।
ਤਾਂ ਭੱਟ ਸਾਹਿਬ ਜੀ ਹੋਰ ਅੱਗੇ ਭਗਤੀ ਦਾ ਜ਼ਿਕਰ ਕਰਦੇ ਹਨ। ਜਿਵੇਂ ਜਿਨ੍ਹਾਂ ਨੇ ਭਗਤੀ ਦੀਆਂ ਸੂਖਮ ਅਵਸਥਾਵਾਂ ਪੜ੍ਹੀਆਂ ਹਨ, ਜਿਵੇਂ ਜਿਹੜੇ ਜ਼ਿਕਰ ਜੀਵਨ ਦੇ ਵਿੱਚ, ਕਿਉਂਕਿ ਆਪਾਂ ਤਾਂ ਇੰਨਾ ਗਹਿਰਾ ਜਾਣਦੇ ਨਹੀਂ ਹਾਂ, ਸਾਨੂੰ ਤਾਂ ਕੇਵਲ ਭਗਤੀ ਸ਼ਬਦ ਦਾ ਹੀ ਨਹੀਂ ਅਰਥ ਪਤਾ, ਅੱਗੇ ਉਹਦੀਆਂ ਕਿੰਨੀਆਂ ਪੱਧਤੀਆਂ ਨੇ ਉਹਦਾ ਕੀ ਪਤਾ ਹੋਏਗਾ। ਪਰ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਗੁਰ ਨੈਣ ਬੈਣ ਗੁਰ ਗੁਰ ਕਰੋ, ਕਿ ਸਾਰਾ ਭਾਵ ਕਿ ਨੈਣ ਦਾ ਭਾਵ ਨੇਤਰ, ਇਹਨਾਂ ਨੇਤਰਾਂ ਦੁਆਰਾ ਜਿਹੜਾ ਕੱਲ੍ਹ ਅਰਥ ਜ਼ਿਕਰ ਕੀਤਾ ਸੀ, ਰਾਮਦਾਸ ਦਾ ਭਾਵ ਹੈ ਕਿ ਜਿਹੜਾ ਰਮੰਤੀ ਰਾਮ ਜਰਰੇ ਜਰਰੇ ਵਿੱਚ ਵਿਆਪਕ ਹੈ, ਉਹਦੇ ਪ੍ਰਤੀ ਸਮਰਪਿਤ ਭਾਵ ਦੇ ਨਾਲ ਜੁੜ ਜਾਣਾ ਹੀ ਗੁਰੂ ਰਾਮਦਾਸ ਦੇ ਸਰੂਪ ਦਾ ਧਿਆਨ ਧਰਨਾ ਹੈ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਗੁਰ ਨੈਣ, ਭਾਵ ਕਿ ਜਿੰਨੀ ਹੁਣ ਸਾਰੀ ਮਨੁੱਖਤਾ ਨਜ਼ਰ ਆਉਂਦੀ ਹੈ, ਜਿੰਨੀ ਬਨਸਪਤੀ, ਇਹ ਸਾਰੀ ਗੁਰੂ ਰੂਪ ਨਜ਼ਰ ਆਵੇ। ਬੈਣ ਦਾ ਭਾਵ ਜਿੰਨਾ ਬੋਲਣਾ ਸੁਣਨਾ ਕਥਨਾ ਇਹ ਵੀ ਸਾਰਾ ਗੁਰੂ ਕਰਕੇ ਪ੍ਰਤੀਤ ਹੋਵੇ। ਅਤੇ ਭੱਟ ਸਾਹਿਬ ਜੀ ਜ਼ਿਕਰ ਕਰਦੇ ਗੁਰੂ ਸਤ ਕਵ ਨਲ ਕੇ, ਭੱਟ ਨਲ ਜੀ ਦੇ ਉਪਰੋਕਤ ਸਾਰੇ ਸਵਈਏ ਹਨ। ਕਹਿੰਦੇ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਆਥ ਸੰਸਾਰ ਮੈਂ, ਤੇ ਜਿਨ੍ਹਾਂ ਨੇ ਕਹਿੰਦੇ ਸਤਿਗੁਰੂ ਨੂੰ ਦੇਖਿਆ ਹੀ ਨਹੀਂ, ਸਤਿਗੁਰੂ ਦੇ ਦਰਸ਼ਨਾਂ ਨੂੰ ਮਨ ਦੇ ਅੰਦਰ ਪੇਖਿਆ ਹੀ ਨਹੀਂ। ਭੱਟ ਸਾਹਿਬ ਜੀ ਜ਼ਿਕਰ ਕਰਦੇ ਤੇ ਅਕਿਆਥ, ਅਕਿਆਥ ਦਾ ਅਰਥ ਹੁੰਦਾ ਵਿਅਰਥ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਜਿਉਣਾ, ਇਸ ਸੰਸਾਰ ਦੇ ਵਿੱਚ ਚੱਲਣਾ ਉਹਨਾਂ ਮਨੁੱਖਾਂ ਦਾ ਵਿਅਰਥ ਕਿਹਾ ਜਾਂਦਾ, ਕਿਉਂਕਿ ਨੇਤਰ ਮਿਲੇ ਪਰ ਗੁਰੂ ਕਾ ਦਰਸ਼ਨ ਨਹੀਂ ਕੀਤਾ, ਸ਼ਰਵਣ ਮਿਲੇ ਪਰ ਗੁਰੂ ਦੇ ਸ਼ਬਦ ਦਾ ਭਾਵ ਸ਼ਰਵਣ ਕਰਕੇ ਹਿਰਦੇ ਅੰਦਰ ਸਤਿਗੁਰੂ ਮੂਰਤ ਦੇ ਦਰਸ਼ਨ ਨਹੀਂ ਕੀਤੇ। ਇਸ ਕਰਕੇ ਇਹਨਾਂ ਮਨੁੱਖਾਂ ਦਾ ਜੀਵਨ ਨਿਸ਼ਫਲ ਹੈ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਵਾਕ ਹਨ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਕਿ ਜਿਨ੍ਹਾਂ ਨੇ ਸ਼ਰਵਣ ਦੁਆਰਾ, ਨੇਤਰ ਦੁਆਰਾ ਅਤੇ ਕਰਮ ਦੁਆਰਾ ਗੁਰੂ ਦੇ ਪ੍ਰਕਾਸ਼ ਨੂੰ ਆਪਣੇ ਅੰਦਰੋਂ ਨਹੀਂ ਬੁੱਝਿਆ, ਉਹਨਾਂ ਦਾ ਜਿਉਣਾ ਨਿਸ਼ਫਲ ਹੈ। ਇਸ ਪ੍ਰਕਾਰ ਭੱਟ ਸਾਹਿਬ ਜੀ, ਭੱਟ ਨਲ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਕਰਦਿਆਂ ਹੋਇਆਂ ਪਾਵਨ ਸਵਈਆਂ ਦੀ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਨਿਵਾਜਿਸ਼ ਕਰਦੇ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਾਵਨ ਬਾਣੀ ਦੀ ਵਿਚਾਰ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਭੁੱਲਾਂ ਖਿਮਾਂ ਦੀ ਜਾਚਨਾ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ